ਧੰਨ ਵਾਹਿਗੁਰੂ ਜੀਓ। ਬਿਲਾਵਲ ਗੋਂਡ ਆਜ ਨਾਮੇ ਬੀਠਲ ਦੇਖਿਆ, ਮੂਰਖ ਕੋ ਸਮਝਾਉ ਰੇ ਰਹਾਉ। ਪਾਂਡੇ ਤੁਮਰੀ ਗਾਇਤਰੀ, ਲੋਧੇ ਕਾ ਖੇਤ ਖਾਤੀ ਥੀ। ਲੈ ਕਰ ਠੇਂਗਾ ਟਗਰੀ ਤੋਰੀ, ਲਾਂਗਤ ਲਾਂਗਤ ਜਾਤੀ ਥੀ। ਪਾਂਡੇ ਤੁਮਰਾ ਮਹਾਦਿਓ, ਧੌਲੇ ਬਲਦ ਚੜਿਆ ਆਵਤ ਦੇਖਿਆ ਥਾ। ਮੋਦੀ ਕੇ ਘਰ ਖਾਣਾ ਪਾਕਾ, ਵਾਹ ਕਾ ਲੜਕਾ ਮਾਰਿਆ ਥਾ। ਪਾਂਡੇ ਤੁਮਰਾ ਰਾਮਚੰਦ, ਸੋ ਭੀ ਆਵਤ ਦੇਖਿਆ ਥਾ। ਰਾਵਨ ਸੇਤੀ ਸਰਬਰ ਹੋਈ, ਘਰ ਕੀ ਜੋਇ ਗਵਾਈ ਥੀ। ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ। ਹਿੰਦੂ ਪੂਜੈ ਦੇਹੁਰਾ, ਮੁਸਲਮਾਨ ਮਸੀਤ। ਨਾਮੇ ਸੋਈ ਸੇਵਿਆ, ਜਹ ਦੇਹੁਰਾ ਨਾ ਮਸੀਤ। ਹਿੰਦੂ ਪੂਜੈ ਦੇਹੁਰਾ, ਮੁਸਲਮਾਨ ਮਸੀਤ। ਨਾਮੇ ਸੋਈ ਸੇਵਿਆ, ਜਹ ਦੇਹੁਰਾ ਨਾ ਮਸੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਆਪ ਜੀ ਨੇ ਬੜੇ ਸਤਿਕਾਰ ਪਿਆਰ ਨਾਲ ਗਰੀਬ ਨਵਾਜ ਪਾਤਸ਼ਾਹ ਦੀ ਪਾਵਨ ਬਾਣੀ ਦੇ ਪਾਠ, ਸਤਿਗੁਰੂ ਦੀ ਪਾਵਨ ਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕੀਤੇ ਹਨ। ਆਪ ਸਰਬੱਤ ਸੰਗਤ ਵਡਭਾਗੀ ਹੋ ਜੋ ਨਿਤਾ ਪ੍ਰਤੀ ਗੁਰੂ ਦਰਬਾਰ ਵਿੱਚ ਸੱਜ ਕੇ ਸਤਿਗੁਰੂ ਦੀ ਪਾਵਨ ਬਾਣੀ ਦੇ ਨਾਲ ਪਾਠ, ਕੀਰਤਨ ਅਤੇ ਕਥਾ ਦੇ ਰੂਪ ਵਿੱਚ ਸਾਂਝ ਬਣਾਉਣ ਦਾ ਯਤਨ ਕਰਦੇ ਹੋ। ਭਗਤ ਨਾਮਦੇਵ ਸਾਹਿਬ ਮਹਾਰਾਜ ਦੇ ਪਾਵਨ ਸ਼ਬਦਾਂ ਦੀ ਲੜੀਵਾਰ ਵਿਚਾਰ ਆਪਾਂ ਇਹਨਾਂ ਦੀਵਾਨਾਂ ਵਿੱਚ ਰੋਜ਼ਾਨਾ ਹੀ ਕਰਨ ਦਾ ਯਤਨ ਕਰ ਰਹੇ ਹਾਂ, ਜਿਸ ਵਿੱਚ ਆਪ ਜੀ ਨੇ ਹੁਣੇ ਹੀ ਜਿਸ ਪਾਵਨ ਸ਼ਬਦ ਦਾ ਪਾਠ ਸਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 874 ਅਤੇ 75 ਉੱਤੇ ਪਾਵਨ ਸ਼ਬਦ ਸੁਭਾਈਮਾਨ ਹੈ। ਸ਼ਬਦ ਦੇ ਉੱਤੇ ਸਿਰਲੇਖ ਹੈ ਬਿਲਾਵਲ ਗੋਂਡ। ਭਾਵ ਇਸ ਨੂੰ ਬਿਲਾਵਲ ਅਤੇ ਗੋਂਡ ਦੋਹਾਂ ਰਾਗਾਂ ਦੇ ਮਿਸ਼ਰਣ ਦੇ ਰੂਪ ਵਿੱਚ ਗਾਇਨ ਕੀਤਾ ਜਾਣਾ ਹੈ।
ਸ਼ਬਦ ਦੇ ਜਿਤਨੀਆਂ ਵੀ ਉਦਾਹਰਨਾਂ ਹਨ ਉਹਨਾਂ ਵਿੱਚ ਭਗਤ ਜੀ ਨੇ ਇੱਕ ਖਾਸ ਨਾਮ ਵਰਤਿਆ ਹੈ। ਪਾਂਡੇ, ਇਸ ਦਾ ਭਾਵ ਹੈ ਪੁਜਾਰੀ। ਤੁਮਰਾ ਤੋਂ ਭਾਵ ਹੈ ਤੇਰਾ। ਇਹ ਦੋ ਸ਼ਬਦ ਬਾਰ-ਬਾਰ ਸਾਡਾ ਧਿਆਨ ਖਿੱਚਦੇ ਹਨ ਅਤੇ ਇਸ ਵਿੱਚੋਂ ਇਹ ਭਾਵ ਪ੍ਰਗਟ ਹੁੰਦਾ ਹੈ ਕਿ ਭਗਤ ਜੀ ਕਿਸੇ ਪੁਜਾਰੀ, ਪੁਰੋਹਿਤ, ਵਿਦਵਾਨ, ਪੰਡਤ ਨਾਲ ਸੰਵਾਦ ਕਰ ਰਹੇ ਹਨ। ਕਿਉਂਕਿ ਬਾਣੀ ਵਿੱਚ ਕਈ ਥਾਈਂ ਐਸੇ ਸ਼ਬਦ ਆਉਂਦੇ ਹਨ, ਐਸੀਆਂ ਪੰਕਤੀਆਂ ਆਉਂਦੀਆਂ ਹਨ ਜਿੱਥੇ ਇਵੇਂ ਪ੍ਰਤੀਤ ਹੁੰਦਾ ਹੈ ਵੀ ਗੁਰੂ ਸਾਹਿਬ ਕਿਸੇ ਨਾਲ ਵਾਰਤਾਲਾਪ ਕਰ ਰਹੇ ਹਨ, ਸੰਵਾਦ ਕਰ ਰਹੇ ਹਨ, ਕਿਸੇ ਨਾਲ ਕਿਸੇ ਵਿਸ਼ੇ ਉੱਤੇ ਗੱਲਬਾਤ ਚੱਲ ਰਹੀ ਹੈ ਤੇ ਉਸ ਵਿੱਚੋਂ ਜੋ ਸੁਨੇਹਾ ਪ੍ਰਗਟ ਹੋਇਆ ਹੈ, ਮਹਾਰਾਜ ਨੇ ਉਸ ਨੂੰ ਸ਼ਬਦ ਰੂਪ ਵਿੱਚ ਅੰਕਿਤ ਕਰ ਲਿਆ ਹੈ, ਐਡਿਟ ਕਰਕੇ ਉਸ ਨੂੰ ਸਾਂਭ ਲਿਆ ਹੈ ਤਾਂ ਕਿ ਬਾਕੀ ਲੋਕਾਂ ਤੱਕ ਵੀ ਇਹ ਸੰਵਾਦ ਔਰ ਇਸ ਦਾ ਮੈਸੇਜ, ਇਸ ਦਾ ਸੁਨੇਹਾ ਪਹੁੰਚੇ। ਬਹੁਤ ਸਾਰੇ ਸ਼ਬਦ ਹਨ। ਸ਼ੇਖਾ ਅੰਦਰੋਂ ਜ਼ੋਰ ਛੱਡ ਤੂੰ, ਭਉ ਕਰ ਝੱਲ ਗਵਾਏ, ਕਹੋ ਨਾਨਕ ਸੁਣ ਭਰਥਰ ਜੋਗੀ, ਖੀਵਾ ਅੰਮ੍ਰਿਤ ਧਾਰੇ। ਸਿੱਧ ਗੋਸ਼ਟ ਦੀ ਬਾਣੀ ਹੀ ਇਸ ਰੂਪ ਵਿੱਚ ਹੈ। ਸਵਾਲ ਜਵਾਬ ਹਨ। ਕਿਸੇ ਨਾਲ ਕਿਤੇ ਕੋਈ ਗੱਲ ਹੋ ਰਹੀ ਹੈ, ਉਸ ਪ੍ਰਥਾਏ ਫਿਰ ਆਪਣੀ ਦਲੀਲ ਸਿਰਜੀ ਹੈ, ਆਪਣਾ ਵਿਚਾਰ ਪ੍ਰਗਟ ਕੀਤਾ ਹੈ। ਤੋ ਇਸ ਸ਼ਬਦ ਵਿੱਚ ਜਦੋਂ ਪਾਂਡੇ ਸ਼ਬਦ ਵਰਤਿਆ ਹੈ, ਜਿਵੇਂ ਇੱਕ ਸ਼ਬਦ ਗੁਰੂ ਨਾਨਕ ਸਾਹਿਬ ਦਾ ਆਉਂਦਾ ਹੈ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੈ, ਕੌਣ ਮਾਸ ਕੌਣ ਸਾਗ ਕਹਾਵੈ, ਕਿਸਮਹਿ ਪਾਪ ਸਮਾਣੈ। ਉਸ ਵਿੱਚ ਇੱਕ ਪੰਕਤੀ ਆਉਂਦੀ ਹੈ, ਪਾਂਡੇ ਤੂੰ ਜਾਣੈ ਹੀ ਨਾਹੀਂ, ਕਿੱਥੋਂ ਮਾਸ ਉਪੰਨਾ, ਤੋਇਓ ਅੰਨ ਕਮਾਦ ਕਪਾਹਾ, ਤੋਇਓ ਤ੍ਰਿਭਵਨ ਗੰਨਾ। ਤੁਆ ਆਖੈ ਹੋਂ ਬਹੁ ਵਿਧ ਅੱਛਾ, ਤੁਐ ਬਹੁਤ ਵਿਕਾਰਾ, ਈਤੇ ਰਸ ਛੋੜ ਹੋਵੈ, ਸੰਨਿਆਸੀ ਨਾਨਕ ਕਹੈ ਵਿਚਾਰ। ਜਦੋਂ ਹਜ਼ੂਰ ਉਹਦੇ ਵਿੱਚ ਇਹ ਕਹਿੰਦੇ ਨਾ, ਪਾਂਡੇ ਤੂੰ ਜਾਣੈ ਹੀ ਨਾਹੀਂ, ਤਾਂ ਇੱਥੋਂ ਇਹ ਭਾਵ ਇਸ ਸ਼ਬਦ ਵਿੱਚੋਂ ਇਹ ਨਿਕਲਦਾ ਹੈ ਵੀ ਸਤਿਗੁਰੂ ਮਹਾਰਾਜ ਨਾਲ ਦੀ ਕਿਸੇ ਪੰਡਤ ਨਾਲ, ਪੁਰੋਹਿਤ ਨਾਲ ਵਾਰਤਾਲਾਪ ਹੋ ਰਹੀ ਹੈ। ਤੋ ਪੰਡਤ ਦਾ ਅਰਥ ਵਿਦਵਾਨ ਵੀ ਹੈ, ਪੰਡਤ ਦਾ ਅਰਥ ਪੁਜਾਰੀ ਵੀ ਹੈ, ਜਿਹੜਾ ਧਾਰਮਿਕ ਵਿਧੀਆਂ ਦੇ ਮੁਤਾਬਕ ਜੋ ਆਪਣਾ ਮਰਿਆਦਾ ਜੋ ਉਹਨਾਂ ਨੇ ਨੇਮ ਘੜਿਆ ਉਹਦੇ ਮੁਤਾਬਕ ਕਿਸੇ ਸੰਬੰਧਿਤ ਦੇਵੀ ਦੇਵਤੇ ਦੀ ਪੂਜਾ ਕਰਦਾ ਹੈ, ਜੋ ਵਿਪਰਵਾਦ ਦੇ ਵਿੱਚ ਪ੍ਰਧਾਨਤਾ ਰੱਖਦਾ ਹੈ, ਧਰਮ ਗ੍ਰੰਥਾਂ ਦੇ ਪ੍ਰਤੀ ਗਿਆਨ ਰੱਖਦਾ ਹੈ ਔਰ ਉਹਦੇ ਅਕੋਰਡਿੰਗ ਜੋ ਕੁਝ ਹੈ ਉਹ ਸਾਰੀ ਕਿਰਿਆ ਕਰਦਾ ਹੈ। ਤੋ ਉਸ ਨੂੰ ਸੰਬੋਧਨ ਹੋ ਕੇ ਕਿਸੇ ਖਾਸ ਟੌਪਿਕ ਤੇ ਗੱਲ ਜਦੋਂ ਹੁੰਦੀ ਹੈ, ਮਾਸ ਦੇ ਸੰਬੰਧ ਵਿੱਚ ਹੋਈ, ਤਾਂ ਉੱਥੇ ਉਹਨੂੰ ਕਿਹਾ, ਪਾਂਡੇ ਤੂੰ ਜਾਣੈ ਹੀ ਨਾਹੀਂ, ਕਿੱਥੋਂ ਮਾਸ ਉਪੰਨਾ। ਤੋ ਇਸੇ ਤਰ੍ਹਾਂ ਭਗਤ ਨਾਮਦੇਵ ਸਾਹਿਬ ਜਦੋਂ ਬਾਰ-ਬਾਰ ਸੰਬੋਧਨ ਕਰਦੇ ਨੇ, ਪਾਂਡੇ ਤੁਮਰੀ ਗਾਇਤਰੀ, ਪਾਂਡੇ ਤੁਮਰਾ ਮਹਾਦੇਵ, ਪਾਂਡੇ ਤੁਮਰਾ ਰਾਮਚੰਦ, ਇਹ ਤਿੰਨ ਉਦਾਹਰਨਾਂ ਦੇ ਵਿੱਚ ਉਹਨਾਂ ਨੇ ਬਾਰ-ਬਾਰ ਤਿੰਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਹੈ। ਪਾਂਡੇ ਤੁਮਰਾ ਜਾਂ ਪਾਂਡੇ ਤੁਮਰੀ। ਹੇ ਪੰਡਤ, ਹੇ ਪੁਰੋਹਿਤ, ਤੇਰਾ ਦੇਵਤਾ ਮਹਾਦੇਵ, ਤੇਰਾ ਗਾਇਤਰੀ ਮੰਤਰ, ਹੇ ਪੰਡਤ ਤੇਰਾ ਰਾਮਚੰਦਰ। ਤੂੰ ਇਸ ਦਾ ਭਾਵ ਹੈ ਵੀ ਜਦੋਂ ਉਹਦੇ ਨਾਲ ਗੱਲ ਹੋ ਰਹੀ, ਉਹ ਵੀ ਤੂੰ ਕਰਕੇ ਗੱਲ ਕਰਦਾ ਹੋਏਗਾ, ਭਗਤ ਜੀ ਵੀ ਉਸ ਨੂੰ ਸਮਝਾਉਣ ਲਈ ਤੇਰੀ ਗੱਲ ਕਰਕੇ ਕਰਦੇ, ਵੀ ਜਿਸ ਵਿੱਚ ਤੂੰ ਬਲੀਵ ਕਰਦਾ ਹੈ, ਜਿਸ ਵਿੱਚ ਤੂੰ ਯਕੀਨ ਕਰਦਾ ਹੈ, ਉਸ ਪ੍ਰਤੀ ਤੇਰਾ ਅਕੀਦਾ ਤੇ ਵਿਸ਼ਵਾਸ ਕਿਹੋ ਜਿਹਾ। ਭਗਤ ਜੀ ਨੇ ਇਹ ਗੱਲ ਇਸ ਸ਼ਬਦ ਵਿੱਚ ਪ੍ਰਗਟ ਕੀਤੀ। ਇਹ ਸੀ ਇਸ ਸ਼ਬਦ ਦਾ ਪਹਿਲਾ ਪਹਿਲੂ। ਦੂਜਾ ਪਹਿਲੂ ਤੇ ਪੱਖ ਇਸ ਸ਼ਬਦ ਦਾ ਹੈ ਵੀ ਇਸ ਸ਼ਬਦ ਦੇ ਰਹਾਉ ਦੇ ਬੰਦ, ਜੋ ਕਿ ਪਹਿਲੀ ਪੰਕਤੀ ਔਰ ਇੱਕੋ ਪੰਕਤੀ ਹੈ, ਆਜ ਨਾਮੇ ਬੀਠਲ ਦੇਖਿਆ, ਮੂਰਖ ਕੋ ਸਮਝਾਉਂ ਰੇ। ਅੱਜ ਭਾਵ ਹੁਣ, ਭਾਵ ਇਸ ਜੀਵਨ ਵਿੱਚ। ਆਜ ਸ਼ਬਦ ਦਾ ਮਤਲਬ ਅੱਜ, ਇੱਕ ਦਿਨ ਤੋਂ ਨਹੀਂ ਹੈ। ਆਜ ਸ਼ਬਦ ਜਿਹੜਾ ਵਿਆਪਕ ਅਰਥਾਂ ਵਿੱਚ, ਇਹਦਾ ਮਤਲਬ ਅੱਜ, ਤਤਕਾਲ, ਇਸ ਜੀਵਨ ਵਿੱਚ। ਬਾਣੀ ਵਿੱਚ ਹੋਰ ਵੀ ਬਹੁਤ ਸਾਰੇ ਹਵਾਲੇ ਆਉਂਦੇ ਨੇ, ਜਿਵੇਂ ਹਜ਼ੂਰ ਕਹਿਣਗੇ, ਆਬ ਨਾ ਭਜਸ, ਭਜਸ ਕਬ ਭਾਈ।
ਆਵੈ ਅੰਤ ਨਾ ਭਜੈ। ਇਹਦਾ ਮਤਲਬ ਹੁੰਦਾ ਵੀ ਹੁਣ ਦਾ ਮਤਲਬ ਹੁੰਦਾ ਕੁਇਕਲੀ, ਫਾਸਟ, ਹੁਣੇ ਹੀ। ਭਾਵ ਜੇ ਹੁਣ ਮੌਕਾ ਨਾ ਸਾਂਭਿਆ ਤਾਂ ਉਹਦਾ ਪਲ, ਉਹਦਾ ਅਰਥ ਇੱਕ ਸੈਕਿੰਡ ਵੀ ਹੋ ਸਕਦਾ ਵੀ ਹੁਣੇ ਹੀ, ਤੁਰੰਤ। ਤੇ ਉਹਦਾ ਭਾਵ ਇਹ ਹੀ ਹੁੰਦਾ ਵੀ ਜਦੋਂ ਕਰਨ ਯੋਗ ਕੰਮ ਜਿਸ ਸਮੇਂ ਵਿੱਚ ਕੀਤਾ ਜਾਣਾ ਹੋਵੇ, ਉਹਦਾ ਭਾਵ ਇਹ ਵੀ ਹੁੰਦਾ। ਤੋ ਆਜ ਦਾ ਭਾਵ ਹੈ ਹੁਣ ਇਸ ਜੀਵਨ ਵਿੱਚ। ਨਾਮੇ ਬੀਠਲ ਦੇਖਿਆ, ਬੀਠਲ ਦਾ ਭਾਵ ਹੈ, ਇਹਨੂੰ ਵੀ ਸਥਲ ਕਰਕੇ ਇਸ ਦੇ ਅਰਥ ਕੀਤੇ ਨੇ, ਜਿਸ ਦਾ ਟਿਕਾਣਾ ਪਰੇ ਹੈ। ਭਾਵ ਜੋ ਮਾਇਆ ਦੇ ਪ੍ਰਕਿਰਤੀ ਦੇ ਗੁਣਾਂ ਦੇ ਪ੍ਰਭਾਵ ਤੋਂ ਮੁਕਤ ਹੈ, ਜਿਸ ਉੱਤੇ ਕੁਦਰਤੀ ਪ੍ਰਭਾਵ ਕੋਈ ਨਹੀਂ, ਜਿਵੇਂ ਸਾਡੇ ਤੇ ਪਿਆ। ਅਸੀਂ ਕੁਝ ਤੱਤਾਂ ਦੇ ਸੰਯੋਗ ਤੋਂ ਬਣੇ ਹਾਂ, ਪੰਜ ਤੱਤ ਕੋ ਤਨ ਰਚਿਓ। ਪਰਮੇਸ਼ਰ ਦਾ ਵਜੂਦ ਜਿਹੜਾ ਹੈ ਉਹ ਕੋਈ ਤੱਤਾਂ ਦੀ ਰਚਨਾ ਨਹੀਂ, ਕਿਉਂਕਿ ਤੱਤ ਜੁੜਦੇ ਹਨ, ਬਿਖਰਦੇ ਹਨ। ਪਰਮੇਸ਼ਰ ਕੋਈ ਤੱਤਾਂ ਦਾ ਪੁਤਲਾ ਨਹੀਂ ਹੈ, ਇਸ ਕਰਕੇ ਉਹ ਪ੍ਰਕਿਰਤਕ ਗੁਣ ਤੋਂ ਹੀ ਪਰੇ ਹੈ, ਕੁਦਰਤੀ ਵਰਤਾਰੇ ਤੋਂ ਚੀਜ਼ ਸ਼ੈ ਹੈ। ਫਿਰ ਜਦੋਂ ਉਹ ਤੱਤਾਂ ਦੀ ਲਪੇਟ ਵਿੱਚ ਨਹੀਂ ਹੈ ਤਾਂ ਅਗਲੀ ਗੱਲ ਇਹ ਹੈ ਵੀ ਉਹਦੇ ਉੱਤੇ ਸਮੇਂ ਦਾ ਪ੍ਰਭਾਵ ਕੋਈ ਨਹੀਂ। ਉਸ ਨੂੰ ਤੂੰ ਅਕਾਲ ਪੁਰਖ ਕਿਹਾ ਵੀ ਤੂੰ ਅਕਾਲ। ਅਕਾਲ ਦਾ ਮਤਲਬ ਹੈ ਕਾਲ ਦੀ, ਸਮੇਂ ਦੀ ਬੰਦਿਸ਼ ਤੋਂ ਜਿਹੜਾ ਪਰੇ। ਜਿਸ ਉੱਤੇ ਸਮਾਂ ਹਾਵੀ ਨਹੀਂ, ਉਹ ਦੁਨੀਆ ਦੀਆਂ ਮੁਸੀਬਤਾਂ, ਪੁਰਾਣਾ, ਜੰਮਣਾ, ਮਰਨਾ, ਬੁਢੇਪਾ, ਜਰਾ, ਰੋਗ, ਫਿਰ ਸਰੀਰ ਕੋਈ ਨਹੀਂ, ਆਕਾਰ ਕੋਈ ਨਹੀਂ, ਤੇ ਉਹਦੇ ਉੱਤੇ ਕੋਈ ਵੀ ਪ੍ਰਕਿਰਤਕ ਪ੍ਰਭਾਵ। ਉਹਨੂੰ ਕਿਹਾ ਹੈ ਬਾਣੀ ਵਿੱਚ ਬੀਠਲ। ਦੇਖਿਆ ਦਾ ਅਰਥ ਹੈ ਅਨੁਭਵ ਕੀਤਾ, ਮਹਿਸੂਸ ਕੀਤਾ। ਜਬ ਦੇਖਾਂ ਤਬ ਗਾਵਾਂ, ਤਉ ਜਨ ਧੀਰਜ ਪਾਵਾਂ, ਨਾਦ ਸਮਾਇਲੋ ਰੇ, ਸਤਿਗੁਰੂ ਭੇਟੀ ਲੈ ਦੇਵਾ। ਆਪਾਂ ਇਹ ਸ਼ਬਦ ਵਿਚਾਰਿਆ ਭਗਤ ਨਾਮਦੇਵ ਸਾਹਿਬ ਮਹਾਰਾਜ ਦਾ। ਦੇਖਾਂ ਦਾ ਭਾਵ, ਜਾਂ ਇਉਂ ਕਹਿ ਲਓ, ਹਮ ਦੇਖਾ ਤਹ ਡੂਬੀ ਅਲੇ। ਬਾਣੀ ਦਾ ਵਾਕ ਆਪਾਂ ਰੋਜ਼ ਪੜ੍ਹਦੇ ਹਾਂ ਸੋਦਰ ਦੇ ਪਾਠ ਵਿੱਚ, ਕਿਉਂਕਿ ਸ਼ਬਦ ਦਾ ਜਿੰਨਾ ਚਿਰ ਭਾਵ ਲਫ਼ਜ਼ ਦਾ ਸਮਝ ਨਾ ਆਏ, ਉਹਨਾਂ ਚਿਰ ਪ੍ਰੋਪਰ ਢੰਗ ਨਾਲ ਮੈਸੇਜ ਜਿਹੜਾ ਹੈ ਗੁਰਬਾਣੀ ਦਾ, ਉਹ ਸਾਡੀ ਸੁਰਤ ਦਾ ਹਿੱਸਾ ਨਹੀਂ ਬਣਿਆ। ਹਜ਼ੂਰ ਕੀ ਕਹਿੰਦੇ ਹਨ? ਤਿਤ ਸਰਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕ ਜੋ ਮੋਹ। ਪੰਕ ਚਿੱਕੜ ਨੂੰ ਕਹਿੰਦੇ। ਤੋ ਇੱਥੇ ਜਦੋਂ ਪੰਕ ਜੋ, ਜਿੱਜੇ ਨੂੰ ਔਂਕੜ ਲੱਗਾ, ਪੰਕ ਜੋ ਮੋਹ, ਪੱਗ ਨਹੀਂ ਚੱਲ ਹੈ। ਜਿਹੜਾ ਮੋਹ ਦਾ ਚਿੱਕੜ ਹੈ, ਇਸ ਵਿੱਚ ਇੱਕ ਪੈਰ ਵੀ ਨਹੀਂ ਤੁਰਿਆ ਜਾਂਦਾ। ਹਮ ਦੇਖਾ ਤਾਂ ਡੂਬੀ ਅਲੇ। ਹਮ ਦੇਖਾ, ਮੈਂ ਵੇਖਿਆ, ਕਿੰਨੇ ਹੀ ਲੋਕ ਇਹਦੇ ਵਿੱਚ ਡੁੱਬ ਗਏ। ਹੁਣ ਕੀ ਮੋਹ ਦਾ ਕੋਈ ਇਸ ਤਰ੍ਹਾਂ ਦਾ ਚਿੱਕੜ ਹੈ ਜਿਸ ਤਰ੍ਹਾਂ ਅਸੀਂ ਮਿੱਟੀ ਦਾ ਗਾਰਾ ਹੋਵੇ ਤੇ ਉਹਦੇ ਵਿੱਚ ਕੋਈ ਡੁੱਬਦਾ, ਖਤਮ ਹੁੰਦਾ ਜਾ ਰਿਹਾ ਹੋਵੇ, ਉਹਨੂੰ ਤੁਸੀਂ ਅੱਖ ਨਾਲ ਤਾਂ ਵੇਖ ਸਕਦੇ ਹੋ। ਮੋਹ ਦੇ ਚਿੱਕੜ 'ਚ ਕੋਈ ਗਰਕ ਹੋ ਰਿਹਾ, ਉਹਨੂੰ ਤੁਸੀਂ ਮਹਿਸੂਸ ਕਰ ਸਕਦੇ। ਉੱਥੇ ਦੇਖਾ ਦਾ ਅਰਥ ਕੀ ਹੋਏਗਾ? ਮੈਂ ਅਨੁਭਵ ਕੀਤਾ ਹੈ, ਮੈਂ ਆਪਣੇ ਤਜਰਬਾ ਕੀਤਾ ਹੈ, ਮੈਂ ਜਾਣਿਆ ਹੈ। ਜਾਣਨ ਦਾ ਭਾਵ ਉੱਥੇ ਦੇਖਾ ਤੋਂ ਹੈ। ਜਾਣਨ ਦਾ ਭਾਵ ਦੇਖਾ ਤੋਂ ਹੈ। ਤੋ ਇੱਥੇ ਹਜ਼ੂਰ ਕੀ ਕਹਿੰਦੇ ਨੇ? ਆਜ ਨਾਮੇ ਬੀਠਲ ਦੇਖਿਆ। ਇਸ ਜੀਵਨ ਦੇ ਵਿੱਚ ਨਾਮਦੇਵ ਨੇ ਬੀਠਲ ਪਰਮੇਸ਼ਰ ਨੂੰ ਜਾਣ ਲਿਆ। ਨਿਰਲੇਪ ਮਾਇਆ ਦੇ ਪ੍ਰਭਾਵ ਤੋਂ ਮੁਕਤ ਪਰਮੇਸ਼ਰ ਦੀ ਸੋਝੀ ਪਾ ਲਈ। ਤੇ ਉਸ ਸੋਝੀ ਦੀ ਖਬਰ ਮੈਂ ਤੈਨੂੰ ਵੀ ਦਿੰਦਾ ਹਾਂ, ਮੂਰਖ ਕੋ ਸਮਝਾਉਂ ਰੇ। ਇਹਦੇ ਦੋ ਭਾਵ ਵਿਦਵਾਨ ਜਨ ਕਰਦੇ ਨੇ। ਇੱਕ ਤਾਂ ਜਿਸ ਨਾਲ ਡਿਬੇਟ, ਵਿਚਾਰ, ਸੰਵਾਦ ਹੋ ਰਿਹਾ, ਉਹਨੂੰ ਮੂਰਖ ਕਹਿ ਕੇ ਵੀ ਸੰਬੋਧਨ ਕੀਤਾ ਹੋ ਸਕਦਾ ਕਿ ਤੈਨੂੰ ਮੂਰਖ ਨੂੰ ਵੀ ਮੈਂ ਸਮਝਾਉਂਦਾ ਹਾਂ। ਜੇ ਤੇਰੀ ਗੱਲ ਸਮਝ ਵਿੱਚ ਨਹੀਂ ਆਈ ਤਾਂ ਮੈਂ ਤੈਨੂੰ ਦੱਸਦਾ। ਮੂਰਖ ਦਾ ਭਾਵ ਹੁੰਦਾ ਹੈ ਅਗਿਆਨੀ। ਅਗਿਆਨ, ਬੇਸਮਝੀ ਹੋਵੇ ਕਿਸੇ ਵਿਸ਼ੇ ਪ੍ਰਤੀ ਤੇ ਫਿਰ ਵੀ ਬੋਲੀ ਜਾਣਾ, ਉਹਨੂੰ ਮੂਰਖਤਾ ਹੀ ਕਹਿੰਦੇ। ਮੂਰਖ, ਮੂੰਹ ਰੱਖਣ ਵਾਲਾ, ਜਿਹੜਾ ਆਪਣੀ ਸੋਝੀ ਤੇ ਕੋਈ ਨਹੀਂ ਰੱਖਦਾ ਪਰ ਮੂੰਹ ਰੱਖਦਾ। ਗੱਲਬਾਤ ਨਾਲ ਹੀ ਹਰ ਇੱਕ ਇਵੇਂ ਆਪਣੇ ਆਪ ਨੂੰ ਇਵੇਂ ਉਹ ਮਹਿਸੂਸ ਕਰਦਾ ਤੇ ਅਗਲੇ ਨੂੰ ਇਵੇਂ ਜਤਾਉਂਦਾ ਹੈ ਕਿ ਮੈਨੂੰ ਤਾਂ ਪਤਾ ਹੈ ਸਾਰਾ, ਮੈਨੂੰ ਕੁਝ ਸਮਝਣ ਦੀ, ਜਾਣਨ ਦੀ, ਸਿੱਖਣ ਦੀ, ਗ੍ਰਹਿਣ ਕਰਨ ਦੀ ਲੋੜ ਨਹੀਂ, ਪਰ ਪਤਾ ਬੇਸਿਕਲੀ ਕੱਖ ਵੀ ਨਹੀਂ। ਉਹਨੂੰ ਆਪਾਂ ਕਹਿੰਦੇ ਹਾਂ ਮੂਰਖ। ਮੂਰਖ ਦਾ ਅਰਥ ਅਗਿਆਨੀ ਹੈ, ਬੇਸਮਝ ਹੈ। ਤੇ ਮੂਰਖ ਦਾ ਅਰਥ ਇਹ ਵੀ ਹੈ ਵੀ ਪਤਾ ਨਹੀਂ ਹੈ ਗੱਲ ਬਾਰੇ, ਫਿਰ ਵੀ ਉਸ ਬਾਰੇ ਦਾਅਵਾ ਕਰਨਾ ਹੈ ਕਿ ਮੈਨੂੰ ਸਭ ਪਤਾ ਹੈ। ਉਹਦੇ ਉੱਥੇ ਫਿਰ ਸਿੱਖਣ ਦੀ ਬਿਰਤੀ ਨਹੀਂ ਰਹਿ ਜਾਂਦੀ, ਕਿਉਂਕਿ ਉਹ ਤਾਂ ਪਹਿਲਾਂ ਹੀ ਨੱਕੋ ਨੱਕ ਭਰਿਆ ਹੋਇਆ ਹੈ
ਇਸ ਭਾਵਨਾ ਦੇ ਨਾਲ ਵੀ ਮੈਨੂੰ ਪਤਾ ਹੈ, ਮੈਨੂੰ ਹੋਰ ਕੁਝ ਗ੍ਰਹਿਣ ਕਰਨ ਦੀ, ਸਿੱਖਣ ਦੀ, ਜਾਣਨ ਦੀ ਨਾ ਜ਼ਰੂਰਤ ਹੈ, ਨਾ ਵਿਲਾਖਾ ਹੈ, ਨਾ ਲੋੜ ਹੈ, ਉਹਨੂੰ ਵੀ ਮੂਰਖ ਕਿਹਾ ਜਾਂਦਾ ਹੈ। ਮੂਰਖ ਹੋਵੇ ਸੋ ਸੁਣੈ ਮੂਰਖ ਕਾ ਕਹਿਣਾ, ਮੂਰਖ ਕੇ ਕਿਆ ਲਖਣ ਹੈ, ਕਿਆ ਮੂਰਖ ਕਾ ਕਰਨਾ, ਮੂਰਖ ਉਹ ਜੇ ਮੁਗਧ ਹੈ ਅਹੰਕਾਰੇ ਮਰਨਾ। ਤੋ ਆਖਿਆ ਮੂਰਖ ਉਹ ਹੈ ਜਿਹੜਾ ਹੈ ਅਗਿਆਨੀ, ਮੁਗਧ ਦਾ ਅਰਥ ਹੈ ਅਗਿਆਨੀ, ਪਰ ਹੰਕਾਰ ਉਹਨੂੰ ਇਸ ਭਰਮ ਦਾ ਹੈ ਕਿ ਮੈਨੂੰ ਸਭ ਪਤਾ ਹੈ। ਨਾਨਕ ਤੇਰਾ ਰਸਲ ਖਰ ਜੇ ਬਿਨ ਗੁਣ ਗਰਭ ਕਰਨ। ਤੋ ਬੰਦਾ ਹੰਕਾਰ ਵਿੱਚ ਉਲਝਿਆ ਹੋਇਆ ਹੈ, ਐਸੀ ਮਨੋਬਿਰਤੀ ਜਿਸ ਦੇ ਅੰਦਰ ਇਹ ਸਾਰਾ ਕੁਝ ਚੱਲ ਰਿਹਾ ਹੈ, ਉਸ ਨੂੰ ਹਜ਼ੂਰ ਨੇ ਬਾਣੀ ਵਿੱਚ ਮੂਰਖ ਕਿਹਾ। ਤੋ ਇੱਕ ਬਿਰਤੀ ਨੂੰ ਐਡਰੈਸ ਹੋ ਰਹੇ ਨੇ, ਇੱਕ ਬਿਰਤੀ ਨੂੰ ਸੰਬੋਧਨ ਹੋ ਰਹੇ ਨੇ ਭਗਤ ਨਾਮਦੇਵ ਸਾਹਿਬ। ਤੋ ਇੱਥੇ ਇਹਦਾ ਭਾਵ ਇਹ ਵੀ ਵਿਦਵਾਨ ਇੱਕ ਵਿਚਾਰਵਾਨਾਂ ਨੇ ਇੱਕ ਕੀਤਾ ਹੈ, ਮੈਂ ਆਪਣੇ ਮੂਰਖ ਮਨ ਨੂੰ ਸਮਝਾ ਲਿਆ ਹੈ, ਸਮਝਾਉਂਦਾ ਹਾਂ, ਤੇ ਮੈਂ ਇਵੇਂ ਇਹਨੂੰ ਸਮਝਾ ਕੇ ਪਰਮੇਸ਼ਰ ਸਰਵ ਵਿਆਪੀ ਅਕਾਲ ਪੁਰਖ ਦੀ ਸੋਝੀ ਹਾਸਲ ਕਰ ਲਈ। ਇਸ ਦਾ ਭਾਵ ਇਹ ਵੀ ਕੀਤਾ ਗਿਆ। ਪਰ ਸ਼ਬਦ ਦਾ ਜੋ ਸ਼ਬਦਾਵਲੀ ਹੈ ਉਹਦੇ ਵਿੱਚ ਹੈ ਕਿਸੇ ਪੁਰੋਹਿਤ ਨਾਲ ਕਿਸੇ ਖਾਸ ਨੁਕਤੇ ਦੇ ਉੱਤੇ ਗੱਲ ਹੋ ਰਹੀ ਹੈ। ਭਗਤ ਨਾਮਦੇਵ ਸਾਹਿਬ ਉਹਨੂੰ ਕਹਿੰਦੇ ਹਨ, ਮੈਂ ਤਾਂ ਇਸ ਜੀਵਨ ਵਿੱਚ ਸਰਵ ਵਿਆਪਕ ਤੇ ਨਿਰਲੇਪ ਪਰਮੇਸ਼ਰ ਵਾਹਿਗੁਰੂ ਦਾ ਅਨੁਭਵ ਦੀਦਾਰ ਕਰ ਲਿਆ ਹੈ, ਮੈਂ ਉਸ ਨੂੰ ਜਾਣ ਲਿਆ ਹੈ, ਤੇ ਮੈਂ ਤੇਰੀ ਮੂਰਖਤਾਈ ਦੂਰ ਕਰਨ ਲਈ, ਤੇਰੀ ਮੂੜਤਾ ਦੂਰ ਕਰਨ ਲਈ ਤੈਨੂੰ ਵੀ ਕੁਝ ਗੱਲਾਂ ਦੱਸਦਾ ਜਿੱਥੇ ਤੂੰ ਫੇਲ ਹੈ, ਜਿੱਥੇ ਤੂੰ ਗਲਤ ਹੈ। ਤਾਂ ਉਹ ਕੀ ਹਨ? ਉਹ 3 ਉਦਾਹਰਨਾਂ ਉਹਨਾਂ ਨੇ ਦਿੱਤੀਆਂ। ਇਹ ਸ਼ਬਦ ਬੜਾ ਬਾ ਕਮਾਲ ਹੈ। ਇਹਦੇ ਵਿੱਚ ਕਿਸੇ ਦੀ ਫੀਲਿੰਗ ਨੂੰ ਹਰਟ ਨਹੀਂ ਕੀਤਾ ਗਿਆ, ਬਲਕਿ ਦੱਸਿਆ ਗਿਆ ਵੀ ਤੇਰੇ ਸਮਝ ਵਿੱਚ ਜਾਂ ਤੇਰੀ ਅੰਦਰ ਦੀ ਭਾਵਨਾ ਵਿੱਚ ਕਿੱਥੇ ਖਾਮੀ ਤੇ ਗਲਤੀ ਹੈ। ਕੁਝ ਸੱਜਣ ਇਹ ਸ਼ਬਦ ਤੋਂ ਇਹ ਵੀ ਭਾਵ ਲੈਂਦੇ ਨੇ ਜਿਵੇਂ ਕਿਸੇ ਨੂੰ ਟਰੋਲ ਕਰੀਦਾ, ਮਖੌਲ ਕਰੀਦਾ, ਕਿ ਭਗਤ ਜੀ ਨੇ ਕਿਸੇ ਦੇ ਇਸ਼ਟ ਨੂੰ ਇਸ ਤਰ੍ਹਾਂ ਮਖੌਲੀਆ ਲਹਿਜ਼ੇ ਵਿੱਚ ਲੈ। ਨਹੀਂ, ਉਹਨਾਂ ਨੇ ਉਹੀ ਉਦਾਹਰਨਾਂ ਦਿੱਤੀਆਂ ਨੇ ਜਿਹੜੀਆਂ ਉਦਾਹਰਨਾਂ ਪੁਰੋਹਿਤ ਪ੍ਰਚਾਰ ਦਾ ਹੈ। ਆਪਣੇ ਕੋਲੋਂ ਕੋਈ ਸ਼ਬਦ ਨਹੀਂ ਵਰਤਿਆ ਗਲਤ, ਆਪਣੇ ਕੋਲੋਂ ਕੋਈ ਗੱਲ ਨਹੀਂ ਕਹੀ, ਕੋਈ ਕਥਾ ਨਹੀਂ ਜੋੜੀ ਉਹਨਾਂ ਨਾਲ, ਕੋਈ ਕਹਾਣੀ ਨਹੀਂ ਜੋੜੀ, ਕੋਈ ਗੱਲਬਾਤ ਨਹੀਂ ਜੋੜੀ। ਉਹ ਜੋ ਕਹਿੰਦਾ ਹੈ ਪੁਰਾਣਾ ਰਾਹੀਂ ਉਹਦੇ ਗ੍ਰੰਥਾਂ 'ਚ ਜੋ ਲਿਖਿਆ ਹੈ ਤੇ ਜੋ ਪ੍ਰਚਾਰਦਾ ਹੈ ਉਸੇ ਨੂੰ ਹੀ ਉਹਦੇ ਹਵਾਲੇ ਦੇ ਕੇ ਜਵਾਬ ਦਿੱਤਾ ਹੈ। ਤੇ ਇਹਦੇ ਵਿੱਚੋਂ ਸਾਨੂੰ ਸਾਰਿਆਂ ਨੂੰ ਵੀ ਬੜੀ ਅਹਿਮ ਸਿੱਖਿਆ ਮਿਲਦੀ ਹੈ। ਜਿਹੜੇ ਹਰ ਕੱਚੀ ਪਿੱਲੀ ਸਾਖੀ ਦੇ ਉੱਤੇ ਗੁਰਬਾਣੀ ਤੋਂ ਵੱਧ ਯਕੀਨ ਕਰਕੇ ਬਹਿ ਜਾਂਦੇ ਆ, ਸਾਨੂੰ ਵੀ ਇਹਦੇ ਵਿੱਚੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਕਈ ਵਾਰ ਕੀ ਹੁੰਦਾ ਵੀ ਜੋ ਧਾਰਮਿਕ ਪੁਰਖ ਹੈ ਉਹਦੀ ਜ਼ਿੰਦਗੀ ਕੁਝ ਹੋਰ ਹੁੰਦੀ, ਉਹਦੀ ਬਾਣੀ, ਉਹਦਾ ਉਪਦੇਸ਼ ਕੁਝ ਹੋਰ ਕਹਿੰਦਾ ਹੈ, ਤੇ ਅਸੀਂ ਕਿਸੇ ਦੀ ਲਿਖੀ ਹੋਈ ਗੱਲ ਨੂੰ ਉਹਦੇ ਨਾਲ ਜਦੋਂ ਜੋੜ ਲੈਂਦੇ ਆ ਤਾਂ ਉਹ ਗੱਲ ਕਿਸੇ ਹੋਰ ਪਾਸੇ ਤੁਰਦੀ ਹੈ, ਉਹਦੇ ਤੇ ਦੂਸ਼ਣ ਲਾਉਂਦੀ ਹੈ, ਉਹਦੇ ਤੇ ਕਿਸੇ ਨਾ ਕਿਸੇ ਉਹਦੀ ਸ਼ਾਨ ਤੇ ਉਹਦੀ ਅਦਬ ਨੂੰ ਵੱਟਾ ਲਾਉਂਦੀ ਹੈ। ਗੱਲਾਂ ਅਸੀਂ ਉਹ ਮੰਨੀ ਜਾਂਦੇ ਹਾਂ ਤੇ ਬਾਣੀ ਉਹਨਾਂ ਦੀ ਕੁਝ ਹੋਰ ਦੱਸ ਰਹੀ ਹੁੰਦੀ ਹੈ। ਤੋ ਇਹਨਾਂ ਦੋਵਾਂ ਚੀਜ਼ਾਂ ਜਦੋਂ ਅੰਤਰ ਭੇਦ ਪੈਦਾ ਹੋ ਜਾਂਦਾ ਹੈ ਤੇ ਉਦੋਂ ਫਿਰ ਭਗਤ ਨਾਮਦੇਵ ਸਾਹਿਬ ਦਾ ਇਹ ਬਚਨ ਸਾਡੇ ਤੇ ਵੀ ਲਾਗੂ ਹੁੰਦਾ ਹੈ। ਤੋ ਕੀ ਹੈ ਨਾ ਉਹ ਬਚਨ, ਉਹਨੂੰ ਸਮਝੀਏ। ਪਹਿਲੀ ਉਦਾਹਰਣ ਹੈ, ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ, ਲੇਕਰ ਠੇਂਗਾ ਟਗਰੀ ਤੋਰੀ, ਲਾਂਗਤ ਲਾਂਗਤ ਜਾਤੀ ਥੀ। ਗਾਇਤਰੀ ਇੱਕ 3 ਪੰਕਤੀਆਂ ਦਾ ਮੰਤਰ ਹੈ। ਬਾਣੀ ਵਿੱਚ ਇੱਕ ਵਾਕ ਆਉਂਦਾ, ਗੁਰੂ ਨਾਨਕ ਸਾਹਿਬ ਨੇ ਹਵਾਲਾ ਦਿੱਤਾ ਹੈ, ਪੜ ਪੁਸਤਕ ਸੰਧਿਆ ਬਾਦਨ ਪੰਡਤ। ਸੰਧਿਆ ਦਾ ਮਤਲਬ ਹੁੰਦਾ ਹੈ 2 ਸਮੇਂ, ਜਦੋਂ ਰਾਤ ਤੇ ਦਿਨ ਦਾ ਸੰਯੋਗ ਜਿੱਥੇ ਹੁੰਦਾ, ਜਿਹਨੂੰ ਪ੍ਰਭਾਤ ਵੇਲਾ ਕਹਿੰਦੇ ਉਹ ਸੰਧ ਮਤਲਬ ਜੋੜ, ਰਾਤ ਤੇ ਦਿਨ ਦਾ ਜਿੱਥੇ ਜੋੜ ਉਹਨੂੰ ਵੀ ਸੰਧਿਆ ਕਹਿੰਦੇ ਨੇ। ਤੇ ਜਦੋਂ ਸ਼ਾਮ ਦਾ ਤੇ ਦਿਨ ਦਾ ਤੇ ਰਾਤ ਦਾ ਜਿਹੜਾ ਮੇਲ ਹੁੰਦਾ, ਜਿਹਨੂੰ ਆਪਾਂ ਸ਼ਾਮਾਂ ਦਾ ਟਾਈਮ ਕਹਿੰਦੇ ਹਾਂ, ਘੁਸਮੁਸਾ ਵੀ ਉਹਨੂੰ ਕਹਿ ਦਿੰਦੇ ਆਪਾਂ, ਤਰਕਾਲ ਵੀ ਕਹਿ ਦਿੰਦੇ ਆ, ਤ੍ਰੈ ਕਾਲ, ਦਿਨ ਤੇ ਰਾਤ ਦਾ ਵਿਚਕਾਰਲਾ ਭਾਗ ਜਿਹੜਾ ਉਹਨੂੰ ਵੀ ਸੰਧਿਆ ਕਹਿੰਦੇ ਨੇ। ਸੰਧ ਦਾ ਮਤਲਬ ਜੋੜ, ਦਿਨ ਤੇ ਰਾਤ ਦਾ ਜੋੜ, ਰਾਤ ਤੇ ਦਿਨ ਦਾ ਜੋੜ, ਯਾਨੀ ਕਿ ਸਵੇਰ ਤੇ ਸ਼ਾਮ। ਜਦੋਂ ਸੂਰਜ ਚੜ੍ਹਿਆ ਨਹੀਂ, ਰਾਤ ਖਤਮ ਹੋ ਗਈ ਤੇ ਸੂਰਜ ਅਜੇ ਚੜ੍ਹਿਆ ਨਹੀਂ, ਉਸ ਸਮੇਂ ਨੂੰ ਸੰਧਿਆ ਕਹਿੰਦੇ ਨੇ। ਤੇ ਦੂਜੇ ਪਾਸੇ ਜਦੋਂ ਸੂਰਜ ਅਸਤ ਹੋ ਗਿਆ, ਹਨੇਰਾ ਹੋਇਆ ਨਹੀਂ ਤੇ ਰਾਤ ਪੈਣ ਵਾਲੀ ਉਸ ਜਿਹੜਾ ਵਕਤ ਉਹ ਵਿਚਕਾਰਲਾ ਸਮਾਂ ਨੂੰ ਸੰਧਿਆ ਕਹਿੰਦੇ ਨੇ। ਦਿਨ ਰਾਤ ਦਾ, ਰਾਤ ਦਿਨ ਦਾ ਜੋੜ। ਤਾਂ ਉਸ ਨੂੰ ਹਜ਼ੂਰ ਨੇ ਬਾਣੀ ਦੇ ਵਿੱਚ ਕਿਹਾ, ਪੜ੍ਹ ਪੁਸਤਕ
ਸੰਧਿਆ ਬਾਦਮ, ਸੰਧਿਆ ਵੀ ਕਰਦਾ, 2 ਟਾਈਮ ਪੂਜਾ ਵੀ ਕਰਦਾ, ਧਾਰਮਿਕ ਪੁਸਤਕਾਂ ਵੀ ਪੜ੍ਹਦਾ। ਪਰ ਉਹ ਸੰਧਿਆ ਕਰਕੇ, ਪੂਜਾ ਕਰਕੇ, ਧਾਰਮਿਕ ਪੁਸਤਕਾਂ ਪੜ੍ਹ ਕੇ, ਬਾਦਨ ਦਾ ਮਤਲਬ ਹੈ ਵਿਵਾਦ ਵੀ ਕਰਦਾ, ਝਗੜੇ ਵੀ ਕਰਦਾ, ਆਪਣੇ ਆਪ ਨੂੰ 100% ਸਹੀ ਦੱਸ ਕੇ ਦੂਜਿਆਂ ਦੀਆਂ ਗੱਲਾਂ 'ਚ ਗਲਤੀਆਂ ਕੱਢ ਕੇ, ਇਹਨੂੰ ਕਹਿੰਦੇ ਝਗੜਾ। ਧਰਮ ਗ੍ਰੰਥਾਂ ਨੂੰ ਜਾਂ ਧਰਮ ਵਿਸ਼ੇ ਨੂੰ ਲੈ ਕੇ ਫਸਾਦ ਪੈਦਾ ਕਰਨਾ। ਫਿਰ ਅੱਗੇ ਲਿਖਦੇ ਨੇ, ਸਿਲ ਪੂਜਸ ਬਗਲ ਸਮਾਧਮ, ਸਿਲ ਪੱਥਰ ਨੂੰ ਪੂਜਦਾ ਹੈ ਤੇ ਕਪਟ ਭਰੀ ਸਮਾਧੀ ਲਾ ਕੇ ਉਹਦੇ ਸਾਹਮਣੇ ਬਹਿ ਜਾਂਦਾ। ਅੰਦਰੋਂ ਆਪਣੇ ਆਪ ਨੂੰ ਸ਼ੁੱਧ ਕਰਨ ਦਾ ਜੇ ਯਤਨ ਨਹੀਂ ਕਰਦਾ ਤੇ ਕਪਟੀ ਹੈ। ਸਿਲ ਪੂਜਸ ਬਗਲ ਸਮਾਧਮ। ਕਈ ਵਾਰ ਤਾਂ ਐਵੇਂ ਪ੍ਰਤੀਤ ਹੁੰਦਾ ਵੀ ਗੁਰਬਾਣੀ ਜਿਹੜੀ ਹੈ ਤਾਂ ਸਾਡੇ ਨਿੱਜਲੀ ਲਿਖੀ ਗਈ ਉਦਾਹਰਣ, ਭਾਵੇਂ ਕਿਸੇ ਦੀ ਵੀ ਲਈ ਗਈ ਹੋਵੇ। ਹੁਣ ਜੇ ਮੈਂ ਜਪਜੀ ਸਾਹਿਬ ਦਾ ਪਾਠ ਕਰਨਾ ਤੇ ਉਹਨਾਂ ਚਿਰ ਮੇਰੇ ਅੰਦਰ ਕਲਪਨਾ ਹੀ ਚੱਲੀ ਜਾਣੀ ਹੈ ਵੀ ਉੱਠਦਿਆਂ ਸਾਰ ਫਲਾਣੇ ਨੂੰ ਮੈਂ ਆਹ ਗੱਲ ਕਹਿਣੀ ਅੱਜ। ਕਾਹਦਾ ਪਾਠ ਹੈ, ਕਿਸ ਦੀ ਸ਼ਾਂਤੀ ਲਈ ਹੋਇਆ? ਤਾਂ ਸਾਡਾ ਹਾਲ, ਅਸੀਂ ਤਾਂ ਬੱਝੇ ਛੁੱਟਦੇ ਹਾਂ, ਮਾਫ ਕਰਨਾ। ਪਾਠ ਜਦੋਂ ਹੋ ਜਾਂਦਾ ਤੇ ਇਵੇਂ ਛੁੱਟਦੇ ਆ ਵੀ ਜਿਵੇਂ ਕੈਦ ਚੋਂ ਛੁੱਟੇ। ਫਿਰ ਅੰਦਰ ਦਾ ਜਿੰਨਾ ਵੀ ਉਹ ਗੁਬਾਰ ਭਰਿਆ ਹੁੰਦਾ ਨਾ, ਇੱਕਦਮ ਕੱਢਦੇ ਆ। ਫਿਰ ਇਸੇ ਨੂੰ ਹਜ਼ੂਰ ਨੇ ਕਿਹਾ ਬਗਲ ਸਮਾਧ। ਬਗਲ ਸਮਾਧੀ ਹੋਰ ਕੀ ਹੁੰਦੀ ਹੈ? ਅੰਦਰ ਕੁਝ ਨਹੀਂ ਬਦਲਿਆ, ਬਾਹਰੋਂ ਵੱਜ ਕੇ ਬੰਦਾ ਬੈਠਾ ਰਿਹਾ। ਉਹ ਜੋ ਕੁਝ ਅੰਦਰ ਭਰਿਆ, ਹੁਣ ਉਹ ਜਿੰਨਾ ਪ੍ਰੈਸ਼ਰ ਬਣਿਆ ਹੋਇਆ ਅੰਦਰ ਤੁਹਾਡੀਆਂ ਭਾਵਨਾਵਾਂ ਦਾ, ਉਹ ਇੱਕਦਮ ਰਿਲੀਜ਼ ਹੋਏ। ਤੇ ਅਗਲਾ ਵੀ ਹੈਰਾਨ ਰਹਿ ਜਾਂਦਾ ਵੀ ਉਹ ਬੰਦਾ ਜਿਹੜਾ ਗੁਟਕਾ ਫੜ ਕੇ ਬੈਠਾ ਸੀ, ਉਹ ਬੰਦਾ ਜਿਹੜਾ ਸਤਸੰਗ 'ਚ ਬੈਠਾ ਸੀ, ਉਹ ਬੰਦਾ ਜਿਹੜਾ ਹੁਣੇ ਘੜੀ ਪਹਿਲਾਂ ਕੋਈ ਮੰਤਰ ਪੜ੍ਹ ਕੇ, ਕੋਈ ਨਮਾਜ਼ ਪੜ੍ਹ ਕੇ, ਕੋਈ ਰੱਬ ਕਰਨ ਡਿਆ ਸੀ, ਉਹੀ ਹੈ। ਤਾਂ ਉਹ ਸਾਰਾ ਸੀ ਫਿਜ਼ੀਕਲੀ ਪ੍ਰੈਕਟਿਸ ਹੋ ਰਹੀ ਸੀ, ਮਾਨਸਿਕ ਆਤਮਿਕ ਤੌਰ ਦੇ ਉੱਤੇ ਉਹਦੇ 'ਚੋਂ ਕੁਝ ਗ੍ਰਹਿਣ ਨਹੀਂ ਕੀਤਾ ਗਿਆ। ਸਿਲ ਪੂਜਸ ਬਗਲ ਸਮਾਧ। ਫਿਰ ਕਹਿੰਦੇ ਮੁੱਖ ਝੂਠ ਬੇਭੂਖਣ ਸਾਰਾ। ਬੋਲਦਾ ਝੂਠ ਹੈ ਪਰ ਉਹਨੂੰ ਮੁਲੰਮੇ ਦੇ ਗਹਿਣਿਆਂ ਵਾਂਗ ਸ਼ਿੰਗਾਰ ਕੇ ਪੇਸ਼ ਕਰਦੇ ਵੀ ਅਗਲੇ ਨੂੰ ਸੱਚਾ ਲੱਗੇ, ਅਗਲੇ ਨੂੰ ਖਰਾ ਸੋਨਾ ਉਹ ਲੱਗੇ, ਕੀਮਤੀ ਗੱਲ ਲੱਗੇ। ਕਿਸੇ ਨੂੰ ਠੱਗਣ ਵਾਸਤੇ, ਕਿਸੇ ਨੂੰ ਧੋਖਾ ਜ਼ਾਲਸਾਜੀ ਕਰਨ ਲਈ, ਭਰਮਾਉਣ ਲਈ ਉਹ ਜਿਹੜੇ ਬੋਲਦਾ। ਫਿਰ ਕਹਿੰਦੇ ਤ੍ਰੈਪਾਲ ਤੇ ਹਾਲ ਵਿਚਾਰ। ਤ੍ਰੈਪਾਲ 3 ਪਾਲਾਂ ਵਾਲੀ, 3 ਪੰਕਤੀਆਂ ਵਾਲੀ ਗਾਇਤਰੀ ਮੰਤਰ, ਤ੍ਰਿਹਾਲ 3 ਟਾਈਮਾਂ ਵਿੱਚ, ਸਵੇਰੇ ਦੁਪਹਿਰੇ ਸ਼ਾਮ ਵਿਚਾਰਮ ਨੂੰ ਪੜ੍ਹਦਾ ਗਾਉਂਦਾ, ਤੋ ਉਸ ਨੂੰ ਗਾਇਤਰੀ ਮੰਤਰ ਕਹਿੰਦੇ ਨੇ। ਸੰਧਿਆ ਤਰਪਣ ਕਰੈ ਗਾਇਤਰੀ, ਬਿਨ ਬੂਝੇ ਦੁੱਖ ਪਾਇਆ। ਸੰਧਿਆ ਵੀ ਕਰਦਾ ਹੈ, ਤਰਪਣ ਵੀ ਕਰਦਾ ਹੈ, ਗਾਇਤਰੀ ਵੀ ਪੜ੍ਹਦਾ ਹੈ। ਜਾਣਿਆ ਤੂੰ ਜੀਵਨ ਦਾ ਕੱਖ ਨਹੀਂ, ਫਿਰ ਵੀ ਦੁਖੀ ਹੈ। ਤੋ ਇੱਥੇ ਉਸ ਗਾਇਤਰੀ ਜਿਹੜਾ 3 ਪੰਕਤੀਆਂ ਦਾ, ਉਹ ਸਾਰੇ ਦਾ ਸਾਰਾ ਮੰਤਰ ਸੰਸਕ੍ਰਿਤ ਵਿੱਚ ਹੈ ਤੇ ਉਸ ਮੰਤਰ ਵਿੱਚ ਸੂਰਜ ਦੇਵਤੇ ਦੀ ਉਸਤਤ ਹੈ। ਕਹਿੰਦੇ ਨੇ 4 ਪੰਕਤੀਆਂ ਵਾਲਾ ਹੁੰਦਾ ਸੀ। ਹੁਣ ਤੁਸੀਂ ਵੇਖੋ, ਜਿਸ ਮੰਤਰ ਨੂੰ ਪੜ੍ਹ ਕੇ ਪੂਜਾ ਹੋ ਰਹੀ ਹੈ, ਜਿਸ ਮੰਤਰ ਨੂੰ ਪੜ੍ਹਨ ਨਾਲ ਆਤਮਾ ਦੀ ਸ਼ੁੱਧੀ ਕਰਨ ਦਾ ਵਿਚਾਰ ਪ੍ਰਚਾਰਿਆ ਹੈ, ਜਿਸ ਮੰਤਰ ਨੂੰ ਪੜ੍ਹ ਕੇ ਪੜ੍ਹਨ ਵਾਲੇ ਨੂੰ ਦੱਸਿਆ ਜਾਂਦਾ ਹੈ ਵੀ ਜੇ ਤੂੰ ਇਹਨੂੰ ਪੜ੍ਹੇਗਾ ਮੁਕਤੀ ਮਿਲੇਗੀ, ਮਨ ਸ਼ੁੱਧ ਹੋਏਗਾ, ਪਾਪ ਕੱਟੇ ਜਾਣਗੇ, ਸੂਰਯ ਦੇਵ ਤੇਰੇ ਤੇ ਪ੍ਰਸੰਨ ਹੋਏਗਾ। ਕਿੰਨੀਆਂ ਉਹਦੀਆਂ ਖੂਬੀਆਂ ਤੇ ਬਖਸ਼ਿਸ਼ਾਂ ਗਿਣ ਦਿੱਤੀਆਂ। ਹੁਣ ਉਸ ਮੰਤਰ ਨਾਲ ਕਹਾਣੀ ਕੀ ਜੋੜੀ, ਉਹਦਾ ਜ਼ਿਕਰ ਕੀਤਾ ਭਗਤ ਨਾਮਦੇਵ ਸਾਹਿਬ ਨੇ। ਕਹਿੰਦੇ ਨੇ ਗਾਇਤਰੀ ਮੰਤਰ ਨੇ ਇੱਕ ਵਾਰ ਗਊ ਦਾ ਰੂਪ ਧਾਰਨ ਕਰ ਲਿਆ। ਵੈਸੇ ਤਾਂ ਅੱਡ-ਅੱਡ ਕਹਾਣੀਆਂ ਨੇ, ਪਰ ਜਿਹੜੀ ਪ੍ਰਚਲਿਤ ਹੈ ਤੇ ਗਊ ਦਾ ਰੂਪ ਧਾਰਨ, ਗਾਂ ਦੇ 4 ਪੈਰ ਹੁੰਦੇ ਨੇ ਤੇ ਗਾਂ ਨੇ ਹਰਾ ਪੱਠਾ, ਹਰਾ ਚਾਰਾ ਵੀ ਚਰਨਾ ਸੀ। ਉਹ ਕਿਸੇ ਲੋਧੇ ਜੱਟ ਦੇ ਖੇਤ ਵਿੱਚ ਜਾ ਕੇ ਤੇ ਉੱਥੇ ਉਹਦੀ ਫਸਲ ਖਾਣ ਲੱਗ ਪਈ। ਗਾਇਤਰੀ ਮੰਤਰ ਨੇ ਗਾਂ ਦਾ ਰੂਪ ਲਿਆ। ਫਿਰ ਉਹ ਕਿਸੇ ਜ਼ਿਮੀਦਾਰ ਦੇ ਖੇਤ ਵਿੱਚ ਚਰਨ ਵਾਸਤੇ ਚਲੇ। ਹੁਣ ਜ਼ਿਮੀਦਾਰ ਨੂੰ ਗੁੱਸਾ ਆਇਆ, ਕ੍ਰੋਧ ਆਇਆ ਵੀ ਇੱਕ ਅਵਾਰਾ ਪਸ਼ੂ ਜਿਹੜਾ ਉਹ ਮੇਰੀ ਫਸਲ ਉਜਾੜ ਰਿਹਾ। ਉਹਨੇ ਡਾਂਗ ਚੁੱਕੀ ਤੇ ਜ਼ੋਰ ਦੀ ਮਾਰੀ ਇੱਕ ਲੱਤ ਗਾਂ ਦੀ ਤੋੜ ਦਿੱਤੀ। ਕਹਿੰਦੇ ਨੇ 4 ਪੰਕਤੀਆਂ ਵਾਲਾ ਗਾਇਤਰੀ ਮੰਤਰ 3 ਪਾਲਾਂ ਦਾ ਰਿਹਾ, ਕਿਉਂਕਿ ਗਾਂ ਰੂਪ ਵਿੱਚ ਉਹਦਾ ਇੱਕ ਲੱਤ ਟੁੱਟ ਗਈ ਸੀ। ਹੁਣ ਤੁਸੀਂ ਯਕੀਨ ਵੇਖੋ ਕਿੱਥੇ ਖਲੋਏਗਾ। ਜਿਸ ਨੇ ਤੁਹਾਨੂੰ ਮੁਕਤੀ ਦੇਣੀ ਹੈ, ਜਿਸ ਨੇ ਤੁਹਾਨੂੰ ਦੁੱਖਾਂ ਤੋਂ ਉਭਾਰਨਾ ਹੈ, ਜਿਸ ਨੇ ਤੁਹਾਡਾ ਆਤਮਿਕ ਸ਼ੁੱਧੀਕਰਨ ਕਰਨਾ ਹੈ, ਜਿਸ ਨੇ ਤੁਹਾਡਾ ਭਲਾ ਕਰਨਾ ਹੈ, ਉਹ ਤਾਂ ਖੁਦ ਇੱਕ ਜੱਟ ਦੀ ਡਾਂਗ ਦੇ ਨਾਲ ਦੁਖੀ ਹੋ ਗਿਆ। ਉਹ ਮੰਤਰ ਗਾਂ ਰੂਪ ਵਿੱਚ ਹੈ ਤੇ ਫਿਰ ਉਹ ਜਪਣ ਵਾਲੇ ਦਾ ਦੁੱਖ ਕਿਵੇਂ ਦੂਰ ਕਰੇਗਾ?
ਪੜ੍ਹਨ ਵਾਲੇ ਦੀ ਆਤਮਾ ਦੀ ਸ਼ੁੱਧੀ ਕਿਵੇਂ ਕਰੇਗਾ, ਉਹਦੀ ਕਲਿਆਣ ਤੇ ਉਹਦੀ ਮੁਕਤੀ ਦਾ ਸਾਧਨ ਕਿਵੇਂ ਬਣੇਗਾ। ਹੁਣ ਮੈਂ ਦੂਜੇ ਪਾਸੇ ਵੀ ਐਸਾ ਨਹੀਂ ਵੀ ਇਹ ਗੱਲ ਪੰਡਤ ਲਈ ਹੈ। ਅਸੀਂ ਕੀ ਜੋੜਿਆ, ਗੁਰੂ ਅਰਜਨ ਸਾਹਿਬ ਸੁਖਮਨੀ ਸਾਹਿਬ ਉਚਾਰ ਰਹੇ ਸਨ ਤੇ ਬਾਣੀ ਰੁਕ ਗਈ। ਵੇਖੋ ਤੁਸੀਂ, ਬਾਣੀ ਰੁਕ ਗਈ, ਜਪਜੀ ਸਾਹਿਬ ਨਹੀਂ ਰੁਕਿਆ, ਆਸਾ ਦੀ ਵਾਰ ਨਹੀਂ ਰੁਕੀ, ਸੁਖਮਨੀ ਸਾਹਿਬ ਰੁਕਿਆ। ਕਿੱਥੇ ਆ ਕੇ ਰੁਕ ਗਈ? 16 ਅਸ਼ਟਪਦੀਆਂ ਪੂਰੀਆਂ ਹੋ ਗਈਆਂ ਸਨ ਤੇ ਬਾਣੀ ਰੁਕ ਗਈ, ਬਾਣੀ ਅੱਗੇ ਚੱਲ ਨਹੀਂ ਸੀ ਰਹੀ। ਫਿਰ ਬਾਬਾ ਸ਼੍ਰੀ ਚੰਦ ਜੀ ਨੂੰ ਤੱਕ ਪਹੁੰਚ ਕੀਤੀ। ਉਹਨਾਂ ਨੇ ਆਖਿਆ ਵੀ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਲੋਕ ਹੈ, ਉਹਨੂੰ ਤੁਸੀਂ ਥੋੜ੍ਹਾ ਜਿਹਾ ਮੋਡੀਫਾਈ ਕਰਕੇ ਦੁਬਾਰਾ ਉਚਾਰਨ ਕਰੋ। ਉਹਨਾਂ ਨੇ ਉਚਾਰਨ ਕੀਤਾ, ਆਦ ਸੱਚ ਜੁਗਾਦ ਸੱਚ ਹੈ ਭੇ ਸੱਚ, ਭੀ ਨੂੰ ਭੇ ਕੀਤਾ। ਇਸੇ ਤਰ੍ਹਾਂ ਉਹ ਸ਼ਲੋਕ ਤੁਸੀਂ ਪੜ੍ਹ ਸਕਦੇ ਹੋ 17ਵੀਂ ਅਸ਼ਟਪਦੀ ਨਾਲ। ਫਿਰ ਬਾਣੀ ਅੱਗੇ ਤੁਰ ਪਈ। ਹੁਣ ਬਾਣੀ ਜੇ ਰੁਕ ਗਈ ਹੈ, ਇਹਦਾ ਮਤਲਬ ਰੁਕਾਵਟ ਪੈ ਗਈ, ਚੱਲ ਨਹੀਂ ਸੀ ਰਹੀ। ਸਮਰੱਥ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਤੇ ਬਾਣੀ ਤੋਰਨ ਆਉਣਗੇ ਬਾਬਾ ਸ਼੍ਰੀ ਚੰਦ ਜੀ। ਅਸੀਂ ਇਹ ਨਹੀਂ ਕਹਿੰਦੇ ਬਾਬਾ ਸ਼੍ਰੀ ਚੰਦ ਜੀ ਦਾ ਜੀਵਨ ਕੀ ਹੈ ਜਾਂ ਕੀ ਉਹਨਾਂ 'ਚ, ਅਸੀਂ ਕੋਈ ਬਲੇਮ ਨਹੀਂ ਕਰ ਰਹੇ, ਪਰ ਅਸੀਂ ਇਹ ਕਹਿ ਰਹੇ ਹਾਂ ਗੁਰੂ ਅਰਜਨ ਸਾਹਿਬ ਜੀ ਦੀ ਸਮਰੱਥਾ ਦੇ ਉੱਤੇ ਉਟੰਕਣ ਕਰਨ ਦਾ ਅਧਿਕਾਰ ਸਾਨੂੰ ਕਿਹਨੇ ਦਿੱਤਾ ਹੈ? ਸਮਰੱਥ ਗੁਰੂ ਦੇ ਪ੍ਰਤੀ ਇਹ ਗੱਲ ਸੋਚ ਲੈਣੀ ਤੇ ਇਹ ਗੱਲ ਪ੍ਰਚਾਰ ਦੇਣ ਦੇ ਪਿੱਛੇ ਸਾਡੀ ਕੀ ਮਾਨਸਿਕਤਾ ਹੈ। ਜਿਸ ਅਸੀਂ ਆਖਦੇ ਹਾਂ ਮਹਾਰਾਜ ਸਾਡੇ ਜੀਵਨ ਦੀਆਂ ਰੁਕਾਵਟਾਂ ਦੂਰ ਕਰੋ, ਹਜ਼ੂਰ ਦੀ ਬਾਣੀ ਉਚਾਰਨ ਕਰਦਿਆਂ ਰੁਕਾਵਟ ਪੈ ਗਈ, ਇਹ ਯਕੀਨ 'ਚ ਫਾਲਟ ਹੈ, ਤਰੇੜ ਹੈ। ਇਹ ਸਾਡੇ ਵਿਸ਼ਵਾਸ ਦੇ ਅੰਦਰ ਇੱਕ ਤਰ੍ਹਾਂ ਦੀ ਪਈ ਹੋਈ ਤਰੇੜ ਹੈ। ਇਹ ਚੀਜ਼ਾਂ ਜਿਹੜੀਆਂ ਨੇ, ਇਹ ਚੀਜ਼ਾਂ ਜਿਹੜੀਆਂ ਸਾਡੇ ਅੰਦਰ ਆਉਂਦੀਆਂ ਨੇ, ਇਹ ਹੁਣ ਇਹਨਾਂ ਦੇ ਪਿੱਛੇ ਕੁਝ ਭਾਵ ਹੋਣਗੇ। ਬਾਬਾ ਸ਼੍ਰੀ ਚੰਦ ਜੀ ਮਹਾਨ ਨੇ, ਉਹਨਾਂ ਨੂੰ ਮਹਾਨ ਦੱਸਣ ਲਈ, ਪਰ ਗੁਰੂ ਅਰਜਨ ਸਾਹਿਬ ਤੇ ਉਟੰਕਣ ਕਰਨਾ ਕਿਉਂ ਜ਼ਰੂਰੀ ਸਮਝਿਆ ਗਿਆ? ਕੋਈ ਕਿਸੇ ਦੀ ਮਹਾਨਤਾ ਦੱਸੇ, ਚੰਗੀ ਗੱਲ ਹੈ, ਕੋਈ ਮਾੜੀ ਗੱਲ ਨਹੀਂ, ਪਰ ਗੁਰੂ ਅਰਜਨ ਸਾਹਿਬ ਮਹਾਰਾਜ ਸਮਰੱਥ ਸਤਿਗੁਰੂ ਨੇ, ਗੁਰੂ ਨਾਨਕ ਸਾਹਿਬ ਜੀ ਦੀ ਜੋਤ ਜੁਗਤ ਦੇ ਵਾਰਸ ਨੇ। ਭੱਟ ਸਾਹਿਬਾਨਾਂ ਨੇ ਆਖਿਆ ਹੈ, ਜਬ ਲੋ ਨਹੀਂ ਭਾਗ ਲਿਲਾਰ ਉਦੈ ਤਬ ਲੋ ਭ੍ਰਮਤੇ ਫਿਰਤੇ ਬਹੁਤਾਇਓ, ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬ ਹੂੰ ਮਿਟ ਹੈ ਨਹੀਂ ਰੇ ਪਛੁਤਾਇਓ, ਤਤ ਵਿਚਾਰੀ ਹੈ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨੇ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰ ਬਣਾਇਓ। ਹੋਰ ਬਹੁਤ ਸਾਰੀਆਂ ਉਦਾਹਰਨਾਂ ਗੁਰੂ ਕਾਲ ਦੀਆਂ ਲਈਆਂ ਜਾ, ਜਿੱਥੇ ਅਸੀਂ ਬਹੁਤ ਕਥਾ ਕਹਾਣੀਆਂ ਐਸੀਆਂ ਜੋੜ ਲਈਆਂ ਜਿਨ੍ਹਾਂ ਦਾ ਕੋਈ ਗੁਰਬਾਣੀ ਦੇ ਵਿੱਚ ਜ਼ਿਕਰ ਵੀ ਨਹੀਂ, ਤੇ ਔਰ ਜਿਹੜੀਆਂ ਕੋਈ ਗੁਰਬਾਣੀ ਦੇ ਅਕੀਦੇ ਔਰ ਗੁਰੂ ਵਿਸ਼ਵਾਸ ਤੇ ਗੁਰੂ ਦੇ ਵੱਡੇਪਨ ਨਾਲ ਮੇਲ ਵੀ ਨਹੀਂ ਖਾਂਦੀਆਂ। ਇਹ ਹੁਣ ਭਗਤ ਨਾਮਦੇਵ ਸਾਹਿਬ ਨੇ ਬੜਾ ਅਹਿਮ ਮਸਲਾ ਸਾਡੇ ਸਾਹਮਣੇ ਰੱਖਿਆ। ਉਹ ਕਹਿੰਦੇ ਨੇ ਵੀ ਤੇਰਾ ਯਕੀਨ ਕੀ ਹੈ? ਤੂੰ ਇੱਕ ਤਾਂ ਕਰਤੇ ਤੋਂ ਖੁੰਝਿਆ ਹੋਇਆ, ਸੂਰਜ ਦਾ ਆਵਾਹਨ ਕਰਨ ਵਾਲਾ ਤੂੰ ਮੰਤਰ ਪੜ੍ਹਨਾ ਹੈ। ਜਿਸ ਨੇ ਸੂਰਜ ਨੂੰ ਵੀ ਪੈਦਾ ਕੀਤਾ ਹੈ ਉਸ ਸਿਰਜਣਹਾਰ ਪਰਮੇਸ਼ਰ ਦਾ ਤੈਨੂੰ ਗਿਆਨ ਕੋਈ ਨਹੀਂ। ਕੁਦਰਤੀ ਵਰਤਾਰੇ ਦੀ ਪੂਜਾ ਕਰਦਾ ਹੈ, ਪਰ ਇਹਨੂੰ ਸਿਰਜਣ ਵਾਲੇ ਦਾ ਤੈਨੂੰ ਚੇਤਾ ਕੋਈ ਨਹੀਂ। ਤੇ ਦੂਜੀ ਗੱਲ, ਫਿਰ ਜਿਹੜਾ ਉਹਦਾ ਮੰਤਰ ਵੀ ਪੜ੍ਹਦਾ ਹੈ ਉਹਦੇ ਨਾਲ ਇਹੋ ਜਿਹੀਆਂ ਅਸ਼ਰਦਕ ਗੱਲਾਂ ਵੀ ਜੋੜਦਾ ਹੈ, ਤੇਰੇ ਅੰਦਰ ਇਹ ਦੁਬਿਧਾ ਨਹੀਂ ਹੈ? ਤੂੰ ਖੁਦ ਹੀ ਕਨਫਿਊਜ਼ ਹੈ। ਤੂੰ ਅਸ਼ਰਦਕ ਵੀ ਹੈ ਤੇ ਢੰਡੋਰਾ ਤੂੰ ਸ਼ਰਧਾ ਦਾ ਵੀ ਪਿੱਟਦਾ ਹੈ। ਫਿਰ ਅਗਲੀ ਗੱਲ, ਪਾਂਡੇ ਤੁਮਰਾ ਮਹਾਦੇਵ ਧੌਲੇ ਬਲਦ ਚੜਿਆ ਆਵਤ ਦੇਖਿਆ ਥਾ। ਮਹਾਦੇਵ ਦੀ ਸਵਾਰੀ ਜਿਹੜੀ ਹੈ ਉਹ ਨੰਦੀ ਬਲਦ ਦਾ ਨਾਮ ਹੈ, ਚਿੱਟੇ ਬਲਦ ਉੱਤੇ ਉਹ ਸਵਾਰੀ ਕਰਦੇ ਨੇ। ਫਿਰ ਆਖਦੇ ਨੇ ਤੂੰ ਹੀ ਇਹਦਾ ਹੀ ਰੂਪ ਬਣਾਇਆ, ਮੈਂ ਤਾਂ ਨਹੀਂ ਨਾ ਕਿਹਾ ਕਿ ਮਹਾਦੇਵ ਜੀ ਬਲਦ ਦੀ, ਇਹ ਤਾਂ ਤੂੰ ਲਿਖ ਰਿਹਾ, ਤੂੰ ਪ੍ਰਚਾਰਦਾ, ਤੂੰ ਕਹਿੰਦਾ, ਮੈਂ ਤੇ ਨਹੀਂ ਨਾ ਕਹਿ ਰਿਹਾ। ਪਰ ਅਗਲੀ ਗੱਲ ਵੀ ਜਿਹੜੀ ਤੂੰ ਅਗਲੀ ਗੱਲ ਜੋੜੀ ਉਹਨਾਂ ਦੇ ਨਾਲ, ਉਹ ਕੀ? ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ। ਤਾਂ ਇਸ ਦੀਆਂ ਦੋ ਉਦਾਹਰਨ ਕਹਿੰਦੇ ਨੇ, ਕਿਸੇ ਭੰਡਾਰੀ ਦੇ ਘਰ, ਪ੍ਰਸ਼ਾਦਾ ਛਕਾਉਣ ਵਾਲੇ ਦੇ ਘਰ ਉਹਨਾਂ ਨੇ ਪ੍ਰਸ਼ਾਦਾ ਛਕਿਆ, ਕੋਈ ਚੀਜ਼ ਪਸੰਦ ਨਾ ਆਈ, ਤਾਮਸੀ ਸੁਭਾਅ ਵੀ ਉਹਨਾਂ ਦਾ ਲਿਖਿਆ ਵੀ ਕ੍ਰੋਧੀ ਸੁਭਾਅ ਦੇ ਸਨ। ਇਸੇ ਕਰਕੇ ਪਰਲੋ ਲਿਆਉਣ ਵਾਲੇ ਵੀ ਉਹਨਾਂ ਨੂੰ ਲਿਖਿਆ ਪੁਰਾਣਾ 'ਚ, ਤੇ ਉਹਨੂੰ ਸ਼ਰਾਬ ਦਿੱਤਾ, ਉਹਨਾਂ ਦਾ ਲੜਕਾ ਮਰ ਗਿਆ। ਖਾਣ ਗਏ ਸਨ ਰੋਟੀ, ਹੋਰ ਹੀ ਕਾਰਾ ਕਰ ਆਏ। ਪਰ ਹੋਰ ਵੇਖੋ ਤੁਸੀਂ, ਇੱਥੇ ਇਹ ਉਦਾਹਰਣ ਤੇ ਆਮ ਹੀ ਸੁਣਾਈ ਜਾਂਦੀ ਹੈ ਨਾ ਵੀ ਗਣੇਸ਼ ਦਾ ਸਿਰ ਹੀ ਇਹਨਾਂ ਨੇ ਵੱਢਿਆ ਸੀ ਆਪਣੇ ਤਰਸ਼ੂਲ ਨਾਲ, ਕਿਉਂਕਿ ਉਸਨੇ, ਪਾਰਵਤੀ ਨੇ ਆਪਣੇ ਸਰੀਰ ਦੀ ਮੈਲ ਤੋਂ ਇੱਕ ਬੱਚਾ ਬਣਾਇਆ ਤੇ ਉਸ ਨੂੰ ਆਖਿਆ ਵੀ ਤੂੰ ਬਾਹਰ ਰਾਖੀ ਕਰ।
ਹੁਣ ਮਹਾਦੇਵ ਜੀ ਬਾਹਰੋਂ ਆਏ, ਸ਼ਾਇਦ ਪ੍ਰਸ਼ਾਦਾ ਛਕਣ ਆਏ, ਆਪਣੇ ਘਰ ਆਏ। ਉਸਨੇ ਰੋਕਿਆ ਵੀ ਮਾਂ ਨੇ ਮਨਾ ਕੀਤਾ, ਮੈਂ ਤੁਹਾਨੂੰ ਅੰਦਰ ਨਹੀਂ ਜਾਣ ਦੇ ਸਕਦਾ। ਗੁੱਸਾ ਆਇਆ ਇੰਨੀ ਗੱਲ ਉੱਤੇ ਤੇ ਤ੍ਰਿਸ਼ੂਲ ਮਾਰ ਕੇ ਉਸਦਾ ਸਿਰ ਕੱਟ ਦਿੱਤਾ। ਜਦੋਂ ਪਾਰਵਤੀ ਜੀ ਨੇ ਇਸ ਗੱਲ ਦਾ ਗਿਲਾ ਕੀਤਾ ਵੀ ਇਹ ਤਾਂ ਤੁਸੀਂ ਅਨਰਥ ਕੀਤਾ, ਹੋਰ ਉਹਨਾਂ ਨੂੰ ਉਹ ਕਹਾਣੀ ਸੁਣਾਉਣ ਵਾਲੇ ਜਗਰਾਤਿਆਂ 'ਚ ਵੀ ਸੁਣਾਉਂਦੇ ਹੁੰਦੇ ਸਨ। ਇੱਕ ਹਥਣੀ ਦਾ ਬੱਚੇ ਦਾ ਸਿਰ ਲਿਆ ਕੇ ਉਹਦੇ ਸਿਰ ਦੇ ਉੱਤੇ ਜੋੜ ਦਿੱਤਾ, ਉਹ ਸ਼੍ਰੀ ਗਣੇਸ਼ ਹੋਏ। ਹੁਣ ਤੁਸੀਂ ਇਹ ਸਾਰੀ, ਇਹਦਾ ਮਤਲਬ ਤਾਮਸੀ ਸੁਭਾਅ, ਕ੍ਰੋਧ ਵਸ ਇੱਕ ਬੱਚੇ ਦਾ ਸਿਰ ਤ੍ਰਿਸ਼ੂਲ ਨਾਲ ਕੱਟ ਦਿੱਤਾ। ਕੀ ਇਹ ਗੱਲ, ਜਿਹੜਾ ਤਾਮਸ ਵਿੱਚ, ਕ੍ਰੋਧ ਵਿੱਚ ਫਸਿਆ ਹੋਇਆ ਇੱਕ ਪੁਰਸ਼ ਹੈ, ਉਹਦੀ ਉਪਾਸਨਾ ਦੇ ਨਾਲ ਤੁਹਾਡੇ ਅੰਦਰ ਦੀ ਕ੍ਰੋਧ ਬਿਰਤੀ ਕਿਵੇਂ ਨਾਸ਼ ਹੋ ਸਕਦੀ ਹੈ? ਜੈਸਾ ਸੇਵੈ ਤੈਸੋ ਹੋਏ। ਇਹ ਕਹਾਣੀ ਤੂੰ ਜੋੜੀ ਹੈ, ਮੈਂ ਤੇ ਨਹੀਂ ਜੋੜੀ। ਇਹ ਤੇਰੇ ਗ੍ਰੰਥ ਵਿੱਚ ਹੈ ਤੇ ਤੂੰ ਹੀ ਪ੍ਰਚਾਰਦਾ, ਮੈਂ ਤੇ ਨਹੀਂ ਪ੍ਰਚਾਰਦਾ। ਤਾਂ ਅਗਲੀ ਗੱਲ ਇਹ ਅਸੀਂ ਵੀ ਕਹਿੰਦੇ ਹਾਂ, ਗੁਰੂ ਸਾਹਿਬ ਨੇ ਫਲਾਂ ਨੂੰ ਸ਼ਰਾਪ ਦਿੱਤਾ, ਫਲਾਂ ਨੂੰ ਦੇ। ਜਿਹੜੇ ਗੁਰੂ ਸਾਹਿਬ ਇਹ ਕਹਿੰਦੇ ਨੇ, ਨਾਨਕ ਫਿੱਕਾ ਬੋਲਿਆ ਤਨ ਮਨ। ਜਿਸ ਗੁਰੂ ਸਾਹਿਬ ਨੇ ਤਤੀ ਤਵੀ ਤੇ ਬਹਿ ਕੇ ਵੀ ਆਖਿਆ ਤੁਹਾਨੂੰ ਕਰਤਾਰ ਚੇਤਾ ਹੈ, ਤੁਹਾਡਾ ਭਲਾ ਹੋਏ। ਹੁਣ ਉਸ ਗੁਰੂ ਸਾਹਿਬ ਨਾਲ ਅਸੀਂ ਇਹ ਕਹਾਣੀਆਂ ਜੋੜਦੇ ਵੀ ਜੇ ਕਿਸੇ ਨੇ ਗੁਰੂ ਦਾ ਅਦਬ ਨਹੀਂ ਕੀਤਾ, ਮਹਾਰਾਜ ਨੇ ਉਹਨਾਂ ਦਾ, ਉਹਨੂੰ ਸ਼ਰਾਪ ਦਿੱਤਾ। ਬਹੁਤ ਕਥਾ ਨੇ ਐਸੀਆਂ। ਕਿਉਂ ਅਸੀਂ ਗੁਰੂ ਦੀ ਰਸਨਾ ਦੇ ਉੱਤੇ ਖਰਵੇ ਬੋਲ ਕਿਉਂ ਲਿਆਉਂਦੇ ਹਾਂ? ਸਾਨੂੰ ਕੀ ਸਵਾਦ ਹੈ? ਸਤਿਗੁਰ ਵਿੱਚ ਅੰਮ੍ਰਿਤ ਹੈ, ਹਰ ਉੱਤਮ ਹਰ ਪਦ ਸੋਏ। ਫਿਰ ਇਹ ਵੀ ਪੜ੍ਹਦੇ, ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੈ। ਤਾਂ ਅਗਲਾ ਵਾਕ ਹੈ, ਪਾਂਡੇ ਤੁਮਰਾ ਰਾਮਚੰਦ ਸੋ ਭੀ ਆਵਤ ਦੇਖਿਆ ਥਾ, ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ। ਰਮਾਇਣ ਦੇ ਭਾਸ਼, ਰਮਾਇਣ ਦੀ ਕਥਾ ਲਿਖਣ ਵਾਲਿਆਂ ਤੇ ਬਹੁਤ ਕੁਝ ਲਿਖਿਆ। ਇਹਦੇ ਉੱਤੇ ਸਦੀਆਂ ਤੋਂ ਡਿਬੇਟ ਚੱਲ ਰਹੀ ਹੈ, ਹੱਕ ਵਿੱਚ, ਵਿਰੋਧ ਵਿੱਚ, ਬਹੁਤ ਮਸਲੇ ਨੇ, ਉਗੜਦੇ ਰਹਿੰਦੇ ਨੇ। ਸਾਰਿਆਂ ਦੀਆਂ ਲਿਖਤਾਂ ਦੇ ਹੀ ਉਗੜਦੇ ਨੇ, ਇਕੱਲੇ ਇੱਕ ਦੇ ਨਹੀਂ, ਸਾਰੇ ਧਰਮਾਂ ਦੇ ਹੀ। ਸਾਡਾ ਵੀ ਇਹੀ ਹਾਲ ਹੈ। ਤੁਸੀਂ ਐਸੀਆਂ ਲਿਖਤਾਂ ਪੜ੍ਹ ਕੇ ਵੇਖੋ ਜੋ ਕਵੀਆਂ ਦੀਆਂ ਲਿਖੀਆਂ ਨੇ, ਜੋ ਸਧਾਰਨ ਬੰਦਿਆਂ ਦੀਆਂ ਲਿਖੀਆਂ ਨੇ। ਉਹਨਾਂ ਨੇ ਕੀ ਕੁਝ ਉਹਦੇ ਵਿੱਚ ਭਰਿਆ ਤੇ ਲਿਖਿਆ ਪਿਆ ਹੈ, ਉਹ ਸਾਨੂੰ ਪਰੇਸ਼ਾਨ ਕਰਨ ਵਾਲਾ। ਗੁਰਬਾਣੀ ਹੀ ਪਰਮ ਸੱਚ ਹੈ, ਤੇ ਜਿਹੜੀ ਗੱਲ ਗੁਰਬਾਣੀ ਦੀ ਕਸਵੱਟੀ ਉੱਤੇ ਖਰੀ ਉਤਰਦੀ ਉਹੀ ਸੱਚ ਹੈ, ਦੂਜੀ ਨਹੀਂ। ਤਾਂ ਇੱਥੇ ਵਾਕ ਹੈ, ਰਾਮਚੰਦ ਦੇ ਨਾਲ ਕਿਹੜੀ ਕਥਾ ਜੋੜੀ ਹੋਈ ਹੈ? ਰਾਵਣ ਸੇਤੀ ਸਰਬਰ ਹੋਈ। ਸਰਬਰ ਦਾ ਮਤਲਬ ਹੁੰਦਾ ਮੁਕਾਬਲੇਬਾਜ਼ੀ, ਝਗੜਾ, ਜੰਗ। ਘਰ ਕੀ ਜੋਏ ਗਵਾਈ ਥੀ। ਜੋਏ ਦਾ ਮਤਲਬ ਹੈ ਇਸਤਰੀ। ਆਪਣੀ ਇਸਤਰੀ ਉਹਨਾਂ ਨੇ ਗਵਾ ਲਈ, ਉਹ ਰਾਵਣ ਲੈ ਗਿਆ। ਫਿਰ ਕਹਾਣੀ ਦੇ ਵਿੱਚ ਤੁਸੀਂ ਵੇਖੋ, ਸਾਰੀ ਦੀ ਸਾਰੀ ਜਿਹੜੀ ਕਥਾ ਹੈ, ਕੁਝ ਐਸੇ ਪੱਖ ਜਾ ਕੇ ਆਉਂਦੇ ਨੇ ਵੀ ਜਿੱਥੇ ਜਾ ਕੇ ਆਪਣੀ ਪਤਨੀ ਦੇ ਉੱਤੇ ਸ਼ੱਕ ਕਰਨਾ ਤੇ ਉਹਨੂੰ ਘਰੋਂ ਕੱਢ ਦੇਣਾ ਕਿਸੇ ਦੇ ਕਹਿਣ ਦੇ ਉੱਤੇ। ਇਹ ਹੁਣ ਕਿਸੇ ਨੇ ਤਾਂ ਨਹੀਂ ਨਾ ਜੋੜੀ। ਜਿਹੜਾ ਸਭ ਤੋਂ ਵੱਧ ਉਹਨਾਂ ਦਾ ਫਾਲੋਅਰ ਹੋਣ ਦਾ ਦਮ ਪਰ ਉਸੇ ਨੇ ਜੋੜੀ ਹੈ ਨਾ। ਤੇ ਜਿਸ ਨੇ ਵੀ ਇਹ ਜੋੜੀ ਹੈ, ਭਗਤ ਜੀ ਇਹਨੂੰ ਨਾ ਤਾਂ ਜਸਟੀਫਾਈ ਕਰ ਰਹੇ ਨੇ ਵੀ ਇਹ ਸਹੀ ਹੈ ਪੂਰਨ ਤੌਰ ਤੇ, ਵੀ ਇਹ ਕਹਾਣੀ, ਇਹ ਕਥਾ। ਉਹ ਕਹਿੰਦੇ ਨੇ ਵੀ ਤੂੰ ਕਹਿੰਦਾ, ਤੇ ਜੇ ਤੂੰ ਕਹਿੰਦਾ ਤੇ ਤੇਰਾ ਵਿਸ਼ਵਾਸ ਕਿਤੇ ਕਿੰਨਾ ਕੁ ਹੈ। ਜਿਸ ਦੇ ਰਾਹੀਂ ਤੂੰ ਆਪਣੇ ਜੀਵਨ ਦਾ ਭਲਾ ਚਾਹੁੰਦਾ ਹੈ, ਉਹਦੇ ਨਾਲ ਇਹੋ ਜਿਹੀਆਂ ਗੱਲਾਂ ਜੋੜਦਿਆਂ ਹੋਇਆਂ ਤੇਰਾ ਅੰਦਰ ਨਹੀਂ ਕੰਬਦਾ, ਤੇਰੀ ਸੁਰਤ ਵਿੱਚ ਕੁਝ ਮਹਿਸੂਸ ਨਹੀਂ ਹੁੰਦਾ ਕਿ ਐਸੇ ਮਹਾਨ ਲੋਕਾਂ ਨਾਲ ਤੂੰ ਐਸੀਆਂ ਗੱਲਾਂ ਜੋੜਦਾ, ਜਿਨ੍ਹਾਂ ਦੀ ਮਹਾਨਤਾ ਦੇ ਤੂੰ ਸੋਹਲੇ ਗਾਉਂਦਾ। ਤੋ ਅੱਗੇ ਜਾ ਕੇ ਆਖਦੇ ਹਨ, ਹਿੰਦੂ ਅੰਨਾ ਤੁਰਕੂ ਕਾਣਾ। ਇਹ ਵਾਕ ਬੜਾ ਗੰਭੀਰ ਚਿੰਤਨ ਵਾਲਾ ਹੈ। ਅੰਨੇ ਤੋਂ ਭਾਵ ਹੁੰਦਾ ਜਿਸ ਦੀਆਂ ਦੋਵੇਂ ਅੱਖਾਂ ਖਤਮ ਹੋਣ। ਕਾਣੇ ਤੋਂ ਭਾਵ ਹੁੰਦਾ ਜਿਸ ਦੀ ਇੱਕ ਅੱਖ ਸਲਾਮਤ ਹੈ ਤੇ ਇੱਕ ਖਤਮ ਹੈ। ਅੰਨੇ ਤੋਂ ਭਾਵ ਹੈ ਜਿਸ ਨੂੰ ਇੱਕ ਰੱਬ ਦੇ ਪ੍ਰਤੀ ਵੀ ਕੋਈ ਸੋਝੀ ਨਹੀਂ ਕਿ ਉਹ ਨਿਰਗੁਣ ਰੂਪ ਹੀ ਸਰਗੁਣ ਵਿੱਚ ਸਰਵਵਿਆਪੀ ਹੈ ਤੇ ਨਿਰਲੇਪ ਹੈ। ਉਹਨੂੰ ਅਵਤਾਰਵਾਦ ਦੇ ਚੱਕਰ ਵਿੱਚ ਪਾ ਕੇ ਉਸ ਧਰਤੀ ਉੱਤੇ ਕਸ਼ੂਕੁਮਾ ਵੀ ਬਣਾ ਦਿੰਦਾ ਹੈ, ਮੱਛੀ ਵੀ ਬਣਾ ਦਿੰਦਾ ਹੈ, ਨਰਸਿੰਘ ਵੀ ਬਣਾ, ਕਈ ਰੂਪ ਉਹਦੇ ਘੜ ਕੇ ਇਸ ਧਰਤੀ ਤੇ ਸਧਾਰਨ ਜੀਵਾਂ ਵਾਂਗ ਰੀਂਗਦਾ ਵਿਖਾ ਦਿੰਦਾ ਉਸਨੂੰ। ਹੋਰ ਤਾਂ ਵੇਖੋ, ਵਰਾਹ ਅਵਤਾਰ ਇੱਕ ਸੂਰ ਦਾ ਅਵਤਾਰ ਹੈ। ਜਦੋਂ ਵੇਦਾਂ ਨੂੰ ਲੁਕੋ ਦਿੱਤਾ ਰਾਖਸ਼ ਨੇ, ਫਿਰ ਚੀਜ਼ ਕੋਈ ਗਵਾ ਜਾਏ ਤੇ ਬੰਦੇ ਲੱਭਦੇ ਹੁੰਦੇ ਨੇ। ਵੇਦ ਨਹੀਂ ਸਨ ਲੱਭਦੇ ਤੇ ਭਗਵਾਨ ਨੂੰ ਧਰਤੀ ਤੇ ਆਉਣਾ ਪਿਆ ਉਹਨੇ, ਕਿਉਂਕਿ 90 ਰੂੜੀ ਦੇ ਵਿੱਚ ਉੱਥੇ ਸਨ ਤੇ ਉੱਥੇ ਮੂੰਹ ਕੇਵਲ ਸੂਰ ਹੀ ਮਾਰ ਸਕਦਾ। ਭਗਵਾਨ ਨੂੰ ਧਰਤੀ ਤੇ ਆ ਕੇ ਸੂਰ ਦਾ ਰੂਪ ਧਾਰਨ ਕਰਕੇ ਉਹਨੂੰ ਵਰਾਹ ਅਵਤਾਰ ਕਹਿੰਦੇ। ਹੁਣ ਰੱਬ ਨੂੰ ਸੂਰ ਵੀ ਬਣਾਇਆ
ਮੱਛੀ ਵੀ ਬਣਾਇਆ, ਕੱਛੂ ਕੁੰਮਾ, ਮੱਛ, ਕੱਛ, ਵਰਾ, ਇਹ ਸਾਰੇ ਅਵਤਾਰਾਂ ਦਾ ਹਵਾਲਾ ਗੁਰੂ ਗ੍ਰੰਥ ਸਾਹਿਬ 'ਚ ਵੀ ਹੈ। ਤੇ ਹਜ਼ੂਰ ਨੇ ਇਹਨੂੰ ਕ੍ਰਿਟੀਸਾਈਜ਼ ਕੀਤਾ ਵੀ ਰੱਬ ਨੂੰ ਧਰਤੀ ਦੇ ਉੱਤੇ ਵਿੰਗੀਆਂ ਟੇਢੀਆਂ ਜੂਨਾਂ 'ਚ ਆਉਣ ਦੀ ਲੋੜ ਨਹੀਂ, ਉਹ ਤਾਂ ਸਰਵਵਿਆਪੀ ਹੈ। ਤੋ ਇਸ ਭਾਵ ਦੇ ਵਿੱਚ ਜਦੋਂ ਹਜ਼ੂਰ ਕਹਿੰਦੇ ਨੇ ਵੀ ਇੱਕ ਅੱਖ ਤਾਂ ਤੇਰੀ ਇਦੋਂ ਸਲਾਮਤ ਨਹੀਂ ਰਹੀ, ਦੂਜੀ ਸਲਾਮਤ ਇਸ ਕਰਕੇ ਨਹੀਂ ਰਹੀ ਵੀ ਜਿਸ ਇਸ਼ਟ ਦੇ ਰਾਹੀਂ ਤੂੰ ਆਪਣਾ ਭਲਾ ਚਾਹੁੰਦਾ ਉਹਦੇ ਨਾਲ ਤੂੰ ਐਸੀਆਂ ਗਲਤ ਗੱਲਾਂ ਜੋੜਦਾ ਹੈ, ਤੇਰਾ ਉਹਦੇ ਪ੍ਰਤੀ ਯਕੀਨ ਕੋਈ ਨਹੀਂ, ਵਿਸ਼ਵਾਸ ਕੋਈ ਨਹੀਂ, ਸ਼ੁੱਧ ਆਤਮਾ ਕੋਈ ਨਹੀਂ, ਤੇਰੀਆਂ ਦੋਵੇਂ ਅੱਖਾਂ ਹੀ ਖਤਮ ਨੇ। ਤੋ ਤੁਰਕੂ ਦਾ ਭਾਵ ਇੱਥੇ ਮੁਸਲਮਾਨ ਹੈ, ਇਸਲਾਮ ਨੂੰ ਮੰਨਣ ਵਾਲਾ। ਉਹਦੀ ਇੱਕ ਅੱਖ ਤੋਂ ਕਿਉਂ ਇਲਜ਼ਾਮ ਹੈ ਤੇ ਇੱਕ ਅੱਖ ਨੂੰ ਸਾਬਤ ਕਿਉਂ ਮੰਨਿਆ ਵੀ ਉਹ ਘੱਟੋ ਘੱਟ ਖੁਦਾ ਨੂੰ ਇਸ ਧਰਤੀ ਤੇ ਵਿੰਗੀਆਂ ਟੇਢੀਆਂ ਜੂਨਾਂ 'ਚ ਨਹੀਂ ਮੰਨਦਾ। ਉਸ ਨੇ ਖੁਦਾ ਨੂੰ ਖੁਦਾ ਹੀ ਰੱਖਿਆ, ਭਾਵੇਂ ਉਹ ਉਸ ਦੇ ਹੁਕਮ ਦੇ ਵਰਤਾਰੇ ਤੋਂ ਅਣਜਾਣ ਹੈ। ਤੇ ਦੂਜੀ ਗੱਲ ਇਹ ਵੀ ਉਸ ਨੇ ਆਪਣੇ ਪੈਗੰਬਰ ਨੂੰ ਇਹਨੇ ਸਧਾਰਨ ਲਹਿਜੇ ਤੇ ਨਹੀਂ ਆਉਣ ਦਿੱਤਾ, ਉਹਨੇ ਪੈਗੰਬਰ ਨੂੰ ਪੈਗੰਬਰ ਰੱਖਿਆ ਤੇ ਉਹਦੀ ਸਿਫਤ ਵਿੱਚ ਜੋ ਕਹਿ ਸਕਦਾ ਸੀ ਉਹਨੇ ਕਿਹਾ। ਉਹਨੇ ਆਖਿਆ ਪੈਗੰਬਰ ਖੁਦਾ ਦਾ ਭੇਜਿਆ ਹੋਇਆ ਪੈਗੰਬਰ ਹੈ। ਇਸ ਕਰਕੇ ਅੱਗੇ ਫਰਮਾਉਂਦੇ ਹਨ, ਦੋਹਾਂ ਤੇ ਗਿਆਨੀ ਸਿਆਣਾ। ਗਿਆਨੀ ਦਾ ਭਾਵ ਇੱਥੇ ਹੈ ਗਿਆਨਵਾਨ, ਆਤਮਿਕ ਚਿੰਤਨ ਕਰਨ ਵਾਲਾ, ਜਿਹੜਾ ਸਰਵ ਵਿਆਪੀ ਪਰਮੇਸ਼ਰ ਦੀ ਹਸਤੀ 'ਚ ਯਕੀਨ ਕਰਦਾ ਹੈ, ਉਹਦੇ ਹੁਕਮ 'ਚ ਬਲੀਵ ਕਰਦਾ ਹੈ, ਤੇ ਜਿਹੜਾ ਆਪਣੇ ਇਸ਼ਟ ਨਾਲ ਕਿਸੇ ਤਰ੍ਹਾਂ ਦੀ ਦਗੇਬਾਜ਼ੀ ਜਾਂ ਗਲਤ ਫਹਿਮੀ ਨਹੀਂ ਜੋੜਦਾ। ਅਖੀਰਲੀ ਪੰਕਤੀ 'ਚ ਕਹਿੰਦੇ ਨੇ, ਹਿੰਦੂ ਪੂਜੈ ਦੇਹੁਰਾ ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜੈ ਦੇਹੁਰਾ ਨਾ ਮਸੀਤ। ਇੱਕ ਦੇਹੁਰਾ ਪੂਜਦਾ ਹੈ, ਇੱਕ ਸਮਝਦਾ ਹੈ ਖਾਸ ਮਸੀਤ ਦੀ ਖਾਸ ਥਾਂ ਤੇ ਖੁਦਾ ਦਾ ਵਾਸਾ ਹੈ। ਨਾਮਦੇਵ ਸਾਹਿਬ ਕਹਿੰਦੇ ਹਨ, ਮੈਂ ਉਸ ਨੂੰ ਜਾਣਦਾ ਹਾਂ, ਉਸ ਨੂੰ ਪਹਿਚਾਣਦਾ ਹਾਂ ਜੋ ਦੇਹੁਰਾ ਨਾ ਮਸੀਤ, ਜਿਹੜਾ ਕਿਸੇ ਖਾਸ ਬਿਲਡਿੰਗ ਦਾ ਪਾਬੰਦ ਨਹੀਂ, ਉਹ ਹਰ ਜਗ੍ਹਾ ਦੇ ਉੱਤੇ ਸਰਵ ਵਿਆਪੀ ਹੈ, ਜੋ ਮਸੀਤਾਂ ਤੇ ਦੇਰਿਆਂ ਦੀ ਵਲਗਣ ਤੋਂ ਵੀ ਉੱਚਾ। ਹਾਂ, ਧਰਮਾਂ ਦੇ ਮਜ਼ਹਬਾਂ ਦੇ ਆਪਣੇ ਕੇਂਦਰ ਹੋ ਸਕਦੇ ਨੇ, ਸੰਸਥਾਵਾਂ ਹੋ ਸਕਦੀਆਂ ਨੇ, ਪਰ ਉਹ ਰੱਬ ਨੂੰ ਕੈਦ ਕਰਨ ਦੇ ਕੈਦਖਾਨੇ ਨਹੀਂ ਹੋ ਸਕਦੇ। ਹਜ਼ੂਰ ਮਿਹਰ ਕਰਨ, ਸ਼ਬਦ ਦਾ ਭਾਵ ਸਾਡੇ ਮਨਾਂ ਵਿੱਚ ਵਸੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।